ਹੈਲੋ ਮਾਈ ਡੀਅਰ ਸਟੂਡੈਂਟਸ। ਬੇਟਾ ਅੱਜ ਜੋ ਅਸੀਂ NTC ਦੀ ਪ੍ਰੈਪਰੇਸ਼ਨ ਦਾ ਟੌਪਿਕ ਕਰਾਂਗੇ ਬੇਟਾ ਜੀ ਉਹ ਹੈ 9th ਕਲਾਸ ਦਾ ਚੈਪਟਰ 6th ਟਿਸ਼ੂਜ਼। ਬੱਚੇ ਅਸੀਂ ਜਾਣਦੇ ਹਾਂ ਕਿ ਜਿਹੜੇ ਇੱਕ ਸੈਲੀ ਜੀਵ ਹੁੰਦੇ ਨੇ, ਅਸੀਂ ਪੜ੍ਹ ਚੁੱਕੇ ਹਾਂ ਪਿਛਲੇ ਚੈਪਟਰ ਸੈੱਲ ਵਿੱਚ, ਯਾਨੀ ਕਿ ਅਮੀਬਾ ਅਗਰ ਅਸੀਂ ਉਦਾਹਰਨ ਲਈਏ ਤਾਂ ਜਿਹੜੇ ਇੱਕ ਸੈਲੀ ਜੀਵ ਸੀਗੇ ਉਹਨਾਂ ਵਿੱਚ ਜਿੰਨੀਆਂ ਵੀ ਸਾਰੀਆਂ ਦੀਆਂ ਸਾਰੀਆਂ ਜੈਵਿਕ ਪ੍ਰਕਿਰਿਆਵਾਂ ਸੀ ਉਹ ਸਾਰੀਆਂ ਇੱਕੋ ਹੀ ਸੈੱਲ ਵਿੱਚ ਹੁੰਦੀਆਂ ਸੀ, ਯਾਨੀ ਕਿ ਚੱਲਣਾ ਫਿਰਨਾ, ਭੋਜਨ ਗ੍ਰਹਿਣ ਕਰਨਾ, ਗੈਸਾਂ ਦਾ ਆਦਾਨ ਪ੍ਰਦਾਨ, ਮਲ ਤਿਆਗ ਕਰਨਾ, ਇੱਕ ਹੀ ਸੈੱਲ ਕੰਮ ਕਰ ਰਿਹਾ ਸੀ। ਪਰ ਜੇਕਰ ਅਸੀਂ ਗੱਲ ਕਰੀਏ ਬਹੁ ਸੈਲੀ ਜੀਵਾਂ ਦੀ, ਜਿਵੇਂ ਕਿ ਉਦਾਹਰਨ ਵਜੋਂ ਅਸੀਂ ਮਨੁੱਖ ਲੈ ਲਈਏ ਤਾਂ ਉਹਦੇ ਵਿੱਚ ਅਸੀਂ ਇਹ ਪੜ੍ਹਿਆ ਸੀ ਕਿ ਉਹਨਾਂ ਦਾ ਸਰੀਰ ਗੁੰਝਲਦਾਰ ਹੁੰਦਾ ਹੈ, ਜਿਹਦੇ ਕਰਕੇ ਉਹਨਾਂ ਦੇ ਸਰੀਰ ਵਿੱਚ ਜਿੰਨੀਆਂ ਵੀ ਕਿਰਿਆਵਾਂ ਹੋ ਰਹੀਆਂ ਨੇ, ਸਾਹ ਕਿਰਿਆ ਹੈ, ਲਹੂ ਗੇੜ ਪ੍ਰਣਾਲੀ ਹੈ, ਪਾਚਨ ਕਿਰਿਆ ਹੈ, ਮਲ ਨਿਕਾਸ ਕਿਰਿਆ ਹੈ, ਨਾੜੀ ਪ੍ਰਣਾਲੀ ਹੈ, ਇਹਦੇ ਲਈ ਨਾ ਖਾਸ ਕਿਸਮ ਦੇ ਸੈੱਲ ਹੁੰਦੇ ਆ, ਸਪੈਸ਼ਲ ਸੈੱਲਸ ਹੁੰਦੇ ਆ ਸਾਡੇ ਅੰਦਰ, ਜਿਹਦੇ ਕਰਕੇ ਅਸੀਂ ਇੱਕ ਚੀਜ਼ ਇਹ ਕਰ ਸਕਦੇ ਹਾਂ ਕਿ ਬਈ ਜਿੰਨੇ ਵੀ ਮਲਟੀ ਸੈਲਰ ਆਰਗੈਨਿਜ਼ਮਸ ਹੈ ਉਹ ਆਪਸੀ, ਉਹ ਜਿਹੜੇ ਜੀਵ ਨੇ ਉਹ ਆਪਸੀ ਕੰਮ ਵੰਡ ਦਿਖਾਉਂਦੇ ਨੇ। ਕੰਮ ਵੰਡ ਮਤਲਬ ਡਿਵੀਜ਼ਨ ਆਫ ਲੇਬਰ, ਕਿ ਹਰ ਇੱਕ ਟਿਸ਼ੂ ਨੂੰ ਅਲੱਗ-ਅਲੱਗ, ਹਰ ਇੱਕ ਸੈੱਲਾਂ ਦੇ ਝੁੰਡ ਨੂੰ ਅਲੱਗ-ਅਲੱਗ ਕੰਮ ਵੰਡਿਆ ਗਿਆ ਹੈ। ਤਾਂ ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਬਹੁ ਸੈਲੀ ਜੀਵਾਂ ਵਿੱਚ ਸੈੱਲਾਂ ਦਾ ਸਮੂਹ ਸੀ ਜਿਹੜਾ ਅਲੱਗ-ਅਲੱਗ ਕੰਮ ਕਰ ਰਿਹਾ, ਇੱਕ ਨਿਸ਼ਚਿਤ ਕੰਮ ਕਰ ਰਿਹਾ, ਉਸ ਨੂੰ ਅਸੀਂ ਕੀ ਕਿਹਾ ਸੀ ਬੇਟਾ? ਟਿਸ਼ੂ, ਰਾਈਟ। ਦੈਨ ਬੇਟਾ ਨੈਕਸਟ ਪੁਆਇੰਟ ਆਪਾਂ ਪੜ੍ਹਦੇ ਹਾਂ ਕਿ ਜਿਹੜੇ ਇੱਕ ਪੌਦੇ ਨੇ ਤੇ ਜੰਤੂ ਹੈ, ਕਿ ਉਹਨਾਂ ਦੇ ਵਿੱਚ ਸੇਮ ਟਾਈਪ ਦੇ ਟਿਸ਼ੂਜ਼ ਸੀਗੇ? ਤੇ ਸਾਡਾ ਆਨਸਰ ਹੁੰਦਾ ਸੀ ਨੋ, ਉਹਨਾਂ ਵਿੱਚ ਡਿਫਰੈਂਟ ਟਾਈਪਸ ਦੇ ਟਿਸ਼ੂਜ਼ ਨੇ, ਕਿਉਂਕਿ ਉਹਨਾਂ 'ਚ ਦੋ ਮੇਨ ਡਿਫਰੈਂਸ ਹੈ। ਇੱਕ ਹੁੰਦਾ ਹੈ ਕਿ ਜਿਹੜੇ ਪੌਦੇ ਨੇ ਉਹ ਇੱਕੋ ਜਗ੍ਹਾ 'ਤੇ ਖੜੇ ਨੇ, ਸਥਿਰ ਨੇ, ਠੀਕ ਹੈ, ਜਿਸ ਕਰਕੇ ਉਹਨਾਂ ਨੂੰ ਜ਼ਿਆਦਾ ਮਜ਼ਬੂਤੀ ਦੀ ਲੋੜ ਹੈ ਔਰ ਇਸ ਕਾਰਨ ਉਹਨਾਂ ਦੇ ਜਿਹੜੇ ਸਰੀਰ ਸੀਗੇ ਉਹ ਜ਼ਿਆਦਾ ਮਾਤਰਾ 'ਚ ਮ੍ਰਿਤ ਸੈੱਲਾਂ ਦੇ ਬਣੇ ਹੋਏ ਸੀ। ਜਿਹੜੇ ਟਿਸ਼ੂ ਸੀਗੇ ਉਹ ਡੈਡ ਸੈੱਲਸ ਦੇ ਸੀਗੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਸਪੋਰਟ ਦੀ ਜ਼ਰੂਰਤ ਸੀ। ਔਰ ਇਹਨਾਂ ਦੀ ਤੁਲਨਾ ਵਿੱਚ ਅਗਰ ਮੈਂ ਜੰਤੂਆਂ ਦੀ ਗੱਲ ਕਰਾਂ ਤਾਂ ਜੰਤੂਆਂ ਨੂੰ ਭੋਜਨ ਦੀ ਭਾਲ ਵਿੱਚ, ਸਾਥੀ ਦੀ ਭਾਲ ਵਿੱਚ ਜਾਂ ਸੁਰੱਖਿਆ ਲਈ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਪੈਂਦਾ ਹੈ, ਰਾਈਟ ਬੇਟਾ। ਤਾਂ ਇਟ ਮੀਨਸ ਜਿਹੜਾ ਉਹਨਾਂ ਦਾ ਸਰੀਰ ਹੈ ਉਹ ਜ਼ਿਆਦਾਤਰ ਜੀਵਿਤ ਸੈੱਲਾਂ ਦਾ ਬਣਿਆ ਹੁੰਦਾ ਸੀ। ਔਰ ਇੱਕ ਹੋਰ ਬੜਾ ਇੰਪੋਰਟੈਂਟ ਡਿਫਰੈਂਸ ਹੈ ਦੋਨਾਂ ਦੇ ਵਿੱਚ ਕਿ ਜਿਹੜੇ ਪੌਦੇ ਨੇ ਉਹਨਾਂ ਦੀ ਜਿਹੜਾ ਗਰੋਥ ਪੈਟਰਨ ਹੈ ਉਹ ਡਿਫਰੈਂਟ ਹੈ। ਆਪਾਂ ਕਹਿੰਦੇ ਉਹ ਇਨਡਿਟਰਮੀਨੇਟ ਹੈ, ਠੀਕ ਹੈ ਨਾ, ਉਹ ਲਿਮਿਟਿਡ ਗਰੋਥ ਨਹੀਂ ਹੈਗੀ। ਬਟ ਇਹੀ ਜੇਕਰ ਮੈਂ ਜੰਤੂਆਂ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਅਸੀਂ ਕੀ ਕਹਿੰਦੇ ਹਾਂ ਕਿ ਇਹਨਾਂ ਦੀ ਗਰੋਥ ਕੀ ਹੈ? ਲਿਮਿਟਿਡ ਹੈ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਉਹ ਡਿਟਰਮੀਨੇਟ ਹੈ। ਬੇਟਾ ਪੌਦਿਆਂ ਵਿੱਚ ਕੁਝ ਟਿਸ਼ੂ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਸਾਰੀ ਉਮਰ ਸੈੱਲ ਵੰਡ ਹੁੰਦੀ ਰਹਿੰਦੀ ਹੈ। ਇਹ ਟਿਸ਼ੂ ਕੁਝ ਸੀਮਿਤ ਥਾਵਾਂ 'ਤੇ ਸਥਿਤ ਹੁੰਦੇ ਹਨ। ਬੇਟਾ ਸੈੱਲ ਵੰਡ ਦੀ ਇਸ ਸਮਰੱਥਾ ਦੇ ਆਧਾਰ 'ਤੇ ਨਾ ਪੌਦਾ ਟਿਸ਼ੂਆਂ ਨੂੰ ਅਸਥਾਈ ਟਿਸ਼ੂ ਯਾਨੀ ਕਿ ਵਾਧਾ ਟਿਸ਼ੂ ਜਾਂ ਸਥਾਈ ਟਿਸ਼ੂ ਵਿੱਚ ਵੰਡਿਆ ਜਾਂਦਾ ਹੈ। ਕਲੀਅਰ ਬੇਟਾ? ਤੋ ਆਪਾਂ ਇਹ ਕਹਾਂਗੇ ਕਿ ਪੌਦਿਆਂ ਵਿੱਚ ਮੁੱਖ ਤੌਰ 'ਤੇ ਜਿਹੜਾ ਵਾਧਾ ਹੋ ਰਿਹਾ ਹੈ ਉਹ ਜੜ ਦੇ ਸਿਰਿਆਂ 'ਤੇ ਜਾਂ ਤਣਿਆਂ ਦੇ ਸਿਰਿਆਂ 'ਤੇ ਹੋ ਰਿਹਾ ਹੈ। ਇਟ ਮੀਨਸ ਇਹਨਾਂ ਜਗ੍ਹਾ 'ਤੇ ਕੁਝ ਇੱਦਾਂ ਦੇ ਟਿਸ਼ੂ ਮਿਲਦੇ ਹਨ ਜਿਹੜੇ ਤੇਜ਼ੀ ਨਾਲ ਵਿਭਾਜਿਤ ਹੁੰਦੇ ਰਹਿੰਦੇ ਨੇ, ਵੱਧਦੇ ਰਹਿੰਦੇ ਨੇ। ਇਹਨਾਂ ਟਿਸ਼ੂਆਂ ਨੂੰ ਅਸੀਂ ਵਿਭਾਜਨਯੋਗ ਟਿਸ਼ੂ ਜਾਂ ਮੈਰਿਸਟੈਮੈਟਿਕ ਟਿਸ਼ੂ ਕਹਿੰਦੇ ਹਾਂ। ਤਾਂ ਬੇਟਾ ਸਥਿਤੀ ਦੇ ਅਨੁਸਾਰ ਕਿ ਕਿਹੜੀ ਜਗ੍ਹਾ 'ਤੇ ਵਿਭਾਜਨਯੋਗ ਟਿਸ਼ੂ ਪ੍ਰੈਜ਼ੈਂਟ ਹੋਏਗਾ ਉਹਦੇ ਅਕੋਰਡਿੰਗ ਆਪਾਂ ਇਸ ਟਿਸ਼ੂ ਨੂੰ 3 ਡਿਫਰੈਂਟ ਟਾਈਪਸ 'ਚ ਡਿਵਾਈਡ ਕਰਦੇ ਹਾਂ। ਸਭ ਤੋਂ ਪਹਿਲਾਂ ਆਉਂਦਾ ਬੇਟਾ ਐਪੀਕਲ ਮੈਰਿਸਟੈਮੈਟਿਕ ਟਿਸ਼ੂ। ਐਪੀਕਲ ਵਿਭਾਜਨਯੋਗ ਜਿਹੜਾ ਟਿਸ਼ੂ ਹੁੰਦਾ ਬੇਟਾ ਉਹ ਜੜ ਅਤੇ ਤਣਿਆਂ ਦੇ ਸਿਰਿਆਂ 'ਤੇ ਮੌਜੂਦ ਹੁੰਦਾ ਹੈ। ਸਿਰਿਆਂ ਮਤਲਬ ਉਹਨਾਂ ਦੀ ਟਿਪਸ 'ਤੇ ਮੌਜੂਦ ਹੁੰਦਾ ਹੈ। ਤਾਂ ਆਪਣੇ ਆਪ ਸੋਚੋ, ਅਗਰ ਉਹ ਟਿਪ 'ਤੇ ਮੌਜੂਦ ਹੈ ਤਾਂ ਉਹ ਕਿਹਦੇ 'ਚ ਹੈਲਪ ਕਰ ਰਿਹਾ? ਜੜ ਅਤੇ ਤਣੇ ਦੀ ਲੰਬਾਈ ਵਧਣ ਵਿੱਚ ਮਦਦ ਕਰਦਾ ਹੈ। ਦੂਸਰੇ ਨੰਬਰ 'ਤੇ ਬੇਟਾ ਅਸੀਂ ਪੜ੍ਹਦੇ ਹਾਂ ਲੇਟਰਲ ਜਾਂ ਬਗਲੀ ਵਿਭਾਜਨਯੋਗ ਟਿਸ਼ੂ। ਹੁਣ ਬੇਟਾ ਜਿਹੜਾ ਲੇਟਰਲ ਟਿਸ਼ੂ ਹੈ ਉਹ ਪਾਸਿਆਂ 'ਤੇ ਹੋਏਗਾ ਔਰ ਇਸ ਦੇ ਕਾਰਨ ਜੜ੍ਹਾਂ ਦੀ ਜਾਂ ਤਣੇ ਦੀ ਮੋਟਾਈ ਵਿੱਚ ਵਾਧਾ ਹੁੰਦਾ ਹੈ। ਔਰ ਥਰਡ ਨੰਬਰ 'ਤੇ ਬੇਟਾ ਸਾਡੇ ਕੋਲ ਆਉਂਦਾ ਹੈ ਇੰਟਰਕੈਲਰੀ ਜਾਂ ਅੰਤਰਵੇਸ਼ੀ ਵਿਭਾਜਨਯੋਗ ਟਿਸ਼ੂ। ਬੱਚੇ ਇਹ ਜਿਹੜਾ ਟਿਸ਼ੂ ਹੈ ਆਪਾਂ ਦੇਖਦੇ ਹਾਂ ਗੱਠਾਂ ਯਾਨੀ ਕਿ ਨੋਡਸ ਦੇ ਨੇੜੇ ਹੁੰਦਾ ਹੈ। ਇਹਦਾ ਮਤਲਬ ਹੈ ਇੰਟਰਨੋਡ ਦੀ ਲੈਂਥ ਇਨਕਰੀਜ਼ ਕਰਨ 'ਚ ਮਦਦ ਕਰੇਗਾ। ਤਾਂ ਬੇਟਾ ਆਪਾਂ ਇਹ ਦੇਖਿਆ ਕਿ ਜਿਹੜੇ ਮੈਰਿਸਟੈਮੈਟਿਕ ਟਿਸ਼ੂ ਜਿਹੜਾ ਹੈ ਉਹ ਵਿਭਾਜਨਯੋਗ ਟਿਸ਼ੂ ਹੈ। ਤਾਂ ਇਟ ਮੀਨਸ ਜਿਹੜੇ ਇਹਦੇ ਸੈੱਲ ਹੋਣਗੇ ਬਹੁਤ ਫੁਰਤੀਲੇ ਹੋਣਗੇ। ਸਾਈਟੋਪਲਾਜ਼ਮ ਇਹਨਾਂ ਦਾ ਬਹੁਤ ਗਾੜਾ ਹੋਏਗਾ ਕਿਉਂਕਿ ਇਹਨੇ ਬਹੁਤ ਸਾਰਾ ਮੈਟਾਬੋਲਿਕ ਯਾਨੀ ਕਿ ਫੰਕਸ਼ਨਸ ਯਾਨੀ ਕਿ ਬਹੁਤ ਸਾਰੀਆਂ ਕਿਰਿਆਵਾਂ ਕਰਨੀਆਂ ਹੋਣਗੀਆਂ ਆਪਣੇ ਅੰਦਰ। ਔਰ ਇਹਨਾਂ ਦਾ ਬੜਾ ਸਪਸ਼ਟ ਜਿਹਾ ਕੇਂਦਰਕ ਹੁੰਦਾ, ਡਿਸਟਿੰਕਟ ਨਿਊਕਲੀਅਸ ਹੁੰਦਾ
ਔਰ ਇਹਦੇ ਵਿੱਚ ਖੂਬ ਵੱਡਾ ਸਾਰਾ ਸੈਂਟਰ ਦੇ ਵਿੱਚ ਵੈਕਿਊਲ ਯਾਨੀ ਕਿ ਰਾਜਧਾਨੀ ਨਹੀਂ ਹੁੰਦੀ। ਕਿਉਂ ਨਹੀਂ ਹੁੰਦੀ? ਕਿਉਂਕਿ ਇਹ ਸੈੱਲ ਨੇ ਕੀ ਕਰਨਾ, ਬਹੁਤ ਤਰ੍ਹਾਂ ਦੀਆਂ ਡਿਫਰੈਂਟ ਐਕਟੀਵਿਟੀਜ਼ ਕਰਨੀਆਂ ਔਰ ਇਹਦੇ ਲਈ ਇਹਨਾਂ ਨੂੰ ਕਿਹਦੀ ਜ਼ਰੂਰਤ ਪਏਗੀ? ਸਾਈਟੋਪਲਾਜ਼ਮ ਦੀ। ਇਸ ਕਰਕੇ ਇਹਨਾਂ ਦੇ ਅੰਦਰ ਵੈਕਿਊਲ ਪ੍ਰੈਜ਼ੈਂਟ ਨਹੀਂ ਹੈ। ਤਾਂ ਇਟ ਮੀਨਸ ਬੇਟਾ ਕਿ ਜਦੋਂ ਲਗਾਤਾਰ ਵੱਧਦੇ ਜਾਂ ਸੈੱਲ ਵਿਭਾਜਨ ਹੋਣ ਕਰਕੇ ਆਪਾਂ ਦੇਖਦੇ ਹਾਂ ਕਈ ਵਾਰ ਜਿਹੜੇ ਸਿਰਿਆਂ ਦੇ ਉੱਪਰ ਟਿਸ਼ੂਜ਼ ਹੁੰਦੇ ਨੇ ਨਾ, ਉਹ ਆਪਣੀ ਨਾ ਸੈੱਲ ਡਿਵਾਈਡ ਕਰਨ ਦੀ ਜਿਹੜੀ ਸਮਰੱਥਾ ਹੈ, ਜਿਹੜੀ ਕੈਪੇਬਿਲਿਟੀ ਹੈ, ਉਹਨੂੰ ਖਤਮ ਕਰ ਦਿੰਦੇ ਆ, ਜਿਹਦੇ ਕਰਕੇ ਉਹ ਟੈਂਪਰੇਰੀ ਤੋਂ ਅਸਥਾਈ ਤੋਂ ਕਿਹਦੇ ਵਿੱਚ ਬਦਲ ਜਾਂਦੇ ਨੇ? ਸਥਾਈ ਟਿਸ਼ੂ ਵਿੱਚ, ਯਾਨੀ ਕਿ ਪਰਮਾਨੈਂਟ ਵਿੱਚ ਬਦਲ ਜਾਂਦੇ ਨੇ। ਕਲੀਅਰ ਬੱਚੇ? ਤਾਂ ਜਿਹੜੇ ਕੁਝ ਸਥਾਈ ਟਿਸ਼ੂ ਹੁੰਦੇ ਨੇ, ਜੇਕਰ ਤੇ ਇਹਨਾਂ ਦੀ ਬਣਤਰ ਸਰਲ ਹੈ ਯਾਨੀ ਕਿ ਇੱਕੋ ਤਰ੍ਹਾਂ ਦੇ ਸੈੱਲਾਂ ਤੋਂ ਬਣੇ ਨੇ ਤਾਂ ਇਹਨਾਂ ਨੂੰ ਅਸੀਂ ਸਰਲ ਸਥਾਈ ਟਿਸ਼ੂ ਕਹਿੰਦੇ ਹਾਂ, ਔਰ ਜੇਕਰ ਇਹਨਾਂ ਦੀ ਬਣਤਰ ਗੁੰਝਲਦਾਰ ਹੈ ਤਾਂ ਅਸੀਂ ਇਹਨਾਂ ਨੂੰ ਗੁੰਝਲਦਾਰ ਸਥਾਈ ਟਿਸ਼ੂ ਕਹਿੰਦੇ ਹਾਂ। ਹਾਂਜੀ ਬੱਚੇ, ਹੁਣ ਅਸੀਂ ਅਸਥਾਈ ਟਿਸ਼ੂ ਬਾਰੇ ਪੜ੍ਹਿਆ ਤੇ ਹੁਣ ਜੋ ਨੈਕਸਟ ਅਸੀਂ ਪੜ੍ਹਨ ਜਾ ਰਹੇ ਹਾਂ ਉਹ ਹੈ ਸਥਾਈ ਟਿਸ਼ੂ, ਯਾਨੀ ਕਿ ਜਿਹੜੇ ਸੈੱਲ ਵਿਭਾਜਨ ਦੀ ਸਮਰੱਥਾ ਖੋ ਬੈਠਦੇ ਹਨ ਤੇ ਇੱਕ ਕੋਈ ਖਾਸ ਕੰਮ ਦਾ ਜ਼ਿੰਮਾ ਲੈ ਲੈਣ, ਉਹਨਾਂ ਨੂੰ ਅਸੀਂ ਕੀ ਕਹਿੰਦੇ ਆ? ਸਥਾਈ ਟਿਸ਼ੂ। ਕਿਉਂ? ਉਹ ਸਥਾਈ ਟਿਸ਼ੂ ਬਣ ਗਏ ਹੈ। ਬੇਟਾ ਜੋ ਸਥਾਈ ਟਿਸ਼ੂ ਹੈ ਆਪਾਂ ਦੇਖ ਰਹੇ ਹਾਂ, ਅਸੀਂ ਇਹਦੇ ਦੋ ਟਾਈਪਸ ਪੜ੍ਹੀਆਂ, ਸਰਲ ਤੇ ਗੁੰਝਲਦਾਰ। ਅਗਰ ਅਸੀਂ ਸਰਲ ਦੀ ਗੱਲ ਕਰਦੇ ਹਾਂ ਤਾਂ ਮੈਂ ਇਹ ਕਹੂੰਗੀ ਕਿ ਸਰਲ ਸਥਾਈ ਟਿਸ਼ੂਆਂ ਦੀ ਬਣਤਰ ਤੇ ਉਹਨਾਂ ਦੇ ਕੰਮਾਂ ਦੇ ਅਨੁਸਾਰ ਅਸੀਂ ਇਹਨਾਂ ਨੂੰ ਫਿਰ ਅੱਗੇ ਤਿੰਨ ਟਾਈਪਸ 'ਚ ਡਿਵਾਈਡ ਕਰਦੇ ਹਾਂ, ਰਾਈਟ? ਦੇਖੋ, ਸਭ ਤੋਂ ਪਹਿਲਾਂ ਜਿਹੜੀ ਤੁਹਾਡੀ ਸਲਾਈਡ 'ਤੇ ਲਿਖਿਆ ਉਹ ਹੈ ਪੈਰਨਕਾਈਮਾ ਟਿਸ਼ੂ, ਸੈਕਿੰਡ ਹੈ ਕੋਲਿਨਕਾਈਮਾ ਔਰ ਥਰਡ ਹੈ ਸਕਲੇਰਨਕਾਈਮਾ। ਸਭ ਤੋਂ ਪਹਿਲਾਂ ਬੇਟਾ ਅਗਰ ਅਸੀਂ ਪੈਰਨਕਾਈਮਾ ਬਾਰੇ ਪੜ੍ਹੀਏ ਤਾਂ ਅਸੀਂ ਇਹ ਕਹਿੰਦੇ ਹਾਂ ਕਿ ਜਿਹੜਾ ਪੈਰਨਕਾਈਮਾ ਟਿਸ਼ੂ ਹੁੰਦਾ ਹੈ ਬੱਚੇ, ਇਹਦੀ ਜਿਹੜੀ ਸੈੱਲ ਕੰਧ ਹੁੰਦੀ ਹੈ ਉਹ ਪਹਿਲੀ ਗੱਲ ਬਹੁਤ ਪਤਲੀ ਹੁੰਦੀ ਹੈ ਬਾਕੀ ਸੈੱਲਾਂ ਦੇ ਮੁਕਾਬਲੇ, ਦੂਜੇ ਟਿਸ਼ੂਆਂ ਦੇ ਮੁਕਾਬਲੇ, ਔਰ ਇਹ ਜੀਵਿਤ ਸੈੱਲ ਹੁੰਦੇ ਆ। ਯਾਦ ਰੱਖਿਓ ਕਿ ਇਹ ਲਿਵਿੰਗ ਸੈੱਲਸ ਹੁੰਦੇ ਨੇ, ਇਹ ਬਹੁਤ ਖੁੱਲੇ ਪਏ ਹੁੰਦੇ ਆ, ਜਿਨ੍ਹਾਂ ਦੇ ਕਾਰਨ ਇਹਨਾਂ ਸੈੱਲਾਂ ਦੇ ਵਿਚਕਾਰ ਕਾਫੀ ਖਾਲੀ ਜਗ੍ਹਾ ਦਾ ਅੰਤਰ ਹੁੰਦਾ ਹੈ। ਤੁਸੀਂ ਫਸਟ ਪਿਕਚਰ 'ਚ ਦੇਖ ਸਕਦੇ ਹੋ ਕਲੀਅਰ ਕਿ ਰਾਊਂਡਡ ਸੈੱਲਸ ਬਣੇ ਹੋਏ ਹੈ ਔਰ ਉਹਨਾਂ ਦੇ ਵਿਚਕਾਰ ਇੰਟਰਸੈਲਰ ਸਪੇਸਿਸ ਪ੍ਰੈਜ਼ੈਂਟ ਹੈ। ਬੇਟਾ ਹੁਣ ਇਹਨਾਂ ਦਾ ਫੰਕਸ਼ਨ ਕੀ ਹੈ? ਪੈਰਨਕਾਈਮਾ ਦਾ ਆਪਾਂ ਪੜ੍ਹਿਆ ਹੈ ਕਿ ਇਹ ਭੋਜਨ ਨੂੰ ਵੀ ਸਟੋਰ ਕਰਦੇ ਨੇ, ਔਰ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਪੈਰਨਕਾਈਮਾ ਟਿਸ਼ੂ ਦੇ ਅੰਦਰ ਨਾ ਕਲੋਰੋਫਿਲ ਹੁੰਦੀ ਹੈ। ਤਾਂ ਜਦੋਂ ਇਹਨਾਂ 'ਚ ਕਲੋਰੋਫਿਲ ਹੋਏਗੀ ਤਾਂ ਇਸ ਟਿਸ਼ੂ ਨੂੰ ਅਸੀਂ ਪੈਰਨਕਾਈਮਾ ਨਾ ਕਹਿ ਕੇ ਅਸੀਂ ਕਹਿੰਦੇ ਹਾਂ ਕਲੋਰਨਕਾਈਮਾ, ਰਾਈਟ? ਤਾਂ ਤੁਹਾਨੂੰ ਪਤਾ ਹੈ ਅਗਰ ਕਲੋਰੋਫਿਲ ਹੋਏਗੀ ਤਾਂ ਇਹ ਫੋਟੋਸਿੰਥਸਿਸ ਕਰੇਗਾ। ਦੈਨ ਨੈਕਸਟ ਸੈਕਿੰਡ ਟਾਈਪ ਆਪਾਂ ਕਹਿੰਦੇ ਹਾਂ ਕਿ ਬਈ ਅਗਰ ਇਹਨਾਂ ਪੈਰਨਕਾਈਮਾ ਸੈਲਸ ਦੇ ਅੰਦਰ ਹਵਾ ਭਰੀ ਹੋਈ ਹੋਵੇ, ਠੀਕ ਹੈ, ਹਵਾ ਦੇ ਕਾਰਨ ਇਹ ਹਲਕਾ ਹੋ ਜਾਏਗਾ, ਤਾਂ ਅਸੀਂ ਇਹਦਾ ਨਾਮ ਕੀ ਰੱਖਦੇ ਹਾਂ ਬੇਟਾ? ਐਰਨਕਾਈਮਾ। ਤਾਂ ਐਰਨਕਾਈਮਾ ਹੋਏਗਾ, ਯਾਨੀ ਕਿ ਆਪਾਂ ਦੇਖਦੇ ਹਾਂ ਜਿੰਨੇ ਵੀ ਏਅਰ ਕੈਵਿਟੀਜ਼ ਹੋਣਗੀਆਂ, ਖਾਲੀ ਜਗ੍ਹਾ ਹੋਣਗੀਆਂ ਪਲਾਂਟ ਦੇ ਸੈਲਸ ਦੇ ਅੰਦਰ, ਤਾਂ ਉਹਨੂੰ ਕੀ ਕਰਨਗੀਆਂ? ਪੌਦੇ ਨੂੰ ਹਲਕਾ ਰੱਖਣਗੀਆਂ। ਜਿਵੇਂ ਕਿ ਐਕੁਐਟਿਕ ਪਲਾਂਟਸ ਦੇ ਅੰਦਰ ਐਰਨਕਾਈਮਾ ਮੌਜੂਦ ਹੁੰਦਾ, ਯਾਦ ਰੱਖਣਾ। ਕਿਉਂ ਹੁੰਦਾ ਐਕੁਐਟਿਕ ਪਲਾਂਟਸ ਐਰਨਕਾਈਮਾ? ਕਿਉਂਕਿ ਇਹ ਟਿਸ਼ੂ ਉਹਨਾਂ ਨੂੰ ਪਾਣੀ ਵਿੱਚ ਤੈਰਨ ਵਿੱਚ ਮਦਦ ਕਰਦਾ ਹੈ। ਬੇਟਾ ਨੈਕਸਟ ਜੋ ਹੁਣ ਸਥਾਈ ਟਿਸ਼ੂ ਦੀ ਟਾਈਪ ਹੈ ਉਹ ਹੈ ਕੋਲਿਨਕਾਈਮਾ। ਦੇਖੋ, ਕੁਝ ਪੈਰਨਕਾਈਮਾ ਦੇ ਹੀ ਸੈੱਲ ਹੁੰਦੇ ਹੈ ਜਿਹੜੇ ਪੱਤਿਆਂ ਨੂੰ ਤੇ ਤਣਿਆਂ ਨੂੰ ਟੁੱਟਣ ਤੋਂ ਬਚਾਉਣ ਲਈ ਉਹਨਾਂ ਨੂੰ ਲਚੀਲਾਪਨ ਯਾਨੀ ਕਿ ਫਲੈਕਸੀਬਿਲਿਟੀ ਪ੍ਰਦਾਨ ਕਰਦੇ ਨੇ। ਉਹਨਾਂ ਟਿਸ਼ੂਆਂ ਨੂੰ ਅਸੀਂ ਕੋਲਿਨਕਾਈਮਾ ਟਿਸ਼ੂ ਕਹਿੰਦੇ ਹਾਂ। ਬੇਟਾ ਤੁਸੀਂ ਡਾਇਗਰਾਮ ਇਹਦਾ ਧਿਆਨ ਨਾਲ ਦੇਖ ਸਕਦੇ ਹੋ ਕਿ ਜਿਹੜੇ ਇਹਦੇ ਸੈਲਸ ਹੁੰਦੇ ਆ ਨਾ, ਆਪਾਂ ਕਹਿੰਦੇ ਹਾਂ ਜੀਵਿਤ, ਇਹ ਵੀ ਲਿਵਿੰਗ ਸੈਲਸ ਨੇ, ਜਿੱਦਾਂ ਕਿ ਪੈਰਨਕਾਈਮਾ ਦੇ ਲਿਵਿੰਗ ਸੈਲਸ ਸੀ। ਉਹਦੇ ਸੈਲਸ ਰਾਊਂਡਡ ਸੀ ਪੈਰਨਕਾਈਮਾ ਦੇ, ਪਰ ਆਪਾਂ ਇਹਦੇ ਦੇਖਦੇ ਹਾਂ ਇਹਦੇ ਇਲੋਂਗੇਟਡ ਯਾਨੀ ਕਿ ਲੰਬੂਤਰੇ ਜਿਹੇ ਸੈੱਲ ਹੁੰਦੇ ਨੇ, ਜਿਨ੍ਹਾਂ ਦੇ ਵਿਚਕਾਰ ਜਿਹੜੀਆਂ ਖਾਲੀ ਥਾਵਾਂ ਹੁੰਦੀਆਂ ਨੇ ਬੇਟਾ ਉਹ ਬਹੁਤ ਘੱਟ ਹੁੰਦੀਆਂ ਨੇ ਖਾਲੀ ਥਾਵਾਂ, ਔਰ ਆਪਾਂ ਦੇਖਦੇ ਹਾਂ ਕਿ ਇਹਦੇ ਕਾਰਨਰਸ 'ਤੇ ਨਾ ਐਕਸਟਰਾ ਸੈਲੂਲੋਜ਼ ਜਮ੍ਹਾਂ ਹੋਈ ਹੁੰਦੀ ਹੈ। ਤਾਂ ਬੇਟਾ ਇਹ ਜਿਹੜੇ ਨੇ ਪੌਦੇ ਵਿੱਚ ਖਾਸ ਕਰਕੇ ਤੰਦੜੀਆਂ ਯਾਨੀ ਕਿ ਜਿਹੜੀਆਂ ਟੈਂਡਰਲਸ ਕਹਿੰਦੇ ਆ, ਟੈਂਡਰਲਸ ਤੇ ਤਣੇ ਨੂੰ ਬਿਨਾਂ ਟੁੱਟੇ ਆਸਾਨੀ ਨਾਲ ਚੁੱਕਣ ਵਿੱਚ ਸਹਾਇਤਾ ਕਰਦਾ ਹੈ। ਔਰ ਥਰਡ ਟਾਈਪ ਹੈ ਬੇਟਾ ਸਕਲੈਰਨਕਾਈਮਾ ਟਿਸ਼ੂ। ਅਸੀਂ ਦੇਖਦੇ ਹਾਂ ਕਿ ਕੁਝ ਸੈੱਲਾਂ ਵਿੱਚ ਇੱਕ ਵਿਸ਼ੇਸ਼ ਪਦਾਰਥ, ਬੜੇ ਸਟਰੋਂਗ ਮਟੀਰੀਅਲ ਹੁੰਦਾ ਜਿਹਨੂੰ ਅਸੀਂ ਲਿਗਨਿਨ ਕਹਿੰਦੇ ਹਾਂ। ਯਾਦ ਰੱਖਣਾ ਨਾਮ ਲਿਗਨਿਨ, ਯਾਨੀ ਕਿ ਜਿਹੜੀ ਸਕਲੈਰਨਕਾਈਮਾ ਟਿਸ਼ੂ ਦੇ ਸੈਲਸ ਨੇ ਉਹਨਾਂ ਦੀ ਜਿਹੜੀ ਸੈੱਲ ਕੰਧ ਹੈ ਉਹਦੇ ਵਿੱਚ ਕੀ ਜਮ੍ਹਾਂ ਹੋਇਆ ਹੁੰਦਾ ਬੇਟਾ? ਲਿਗਨਿਨ। ਲਿਗਨਿਨ ਦੇ ਜਮ੍ਹਾਂ ਹੋਣ ਕਰਕੇ ਇਸ ਦੇ ਜਿਹੜੇ ਸੈੱਲ ਹੁੰਦੇ ਨੇ ਉਹ ਮ੍ਰਿਤ ਹੋ ਜਾਂਦੇ ਨੇ ਤੇ ਇਹਨਾਂ ਦੀਆਂ ਜਿਹੜੀਆਂ ਦੀਵਾਰਾਂ ਹੁੰਦੀਆਂ ਨੇ ਉਹ ਬਹੁਤ ਮੋਟੀਆਂ ਹੋ ਜਾਂਦੀਆਂ ਨੇ, ਇੰਨੀਆਂ ਮੋਟੀਆਂ ਕਿ ਇਹਨਾਂ ਦੇ ਵਿੱਚ ਜਿਹੜੇ ਖਾਲੀ ਸਪੇਸਿਸ ਨੇ, ਇੰਟਰਸੈਲਰ ਸਪੇਸਿਸ, ਉਹ ਬਿਲਕੁਲ ਵੀ ਨਹੀਂ ਰਹਿੰਦੇ। ਕਲੀਅਰ ਬੇਟਾ? ਇਹਦੇ 'ਚ ਉਦਾਹਰਨ ਸਾਡੇ ਕੋਲ ਦੇਖੀ ਜਾਂਦੀ ਹੈ ਨਾਰੀਅਲ ਦੇ ਰੇਸ਼ੇ। ਤੁਸੀਂ ਦੇਖਿਆ ਹੋਣਾ ਇੱਕ ਕੋਕੋਨਟ, ਜਿਹੜੀ ਉਹਦੀ ਬਾਹਰ ਵਾਲੀ ਬਰਾਊਨ ਕਲਰ ਦੀ ਕਵਰਿੰਗ ਹੁੰਦੀ, ਜਿਹੜੇ ਆਪਾਂ ਰੇਸ਼ੇ ਉਤਾਰਦੇ ਹਾਂ, ਉਹ ਸਾਰਾ ਸਕਲੈਰਨਕਾਈਮਾ ਟਿਸ਼ੂ ਹੈ।
ਜਾਂ ਫਿਰ ਬੀਜਾਂ ਦੇ ਸਖਤ ਛਿਲਕੇ ਹੋ ਗਏ, ਸੁੱਕੇ ਫੁੱਲਾਂ ਦੇ ਕਠੋਰ ਛਿਲਕੇ ਹੋ ਗਏ, ਪੱਤਿਆਂ ਦੀਆਂ ਸ਼ਿਰਾਵਾਂ ਹੋ ਗਈਆਂ। ਇਟ ਮੀਨਸ ਜਿੱਥੇ ਯਾਨੀ ਕਿ ਇਹਨੇ ਸਪੋਰਟ ਚਾਹੀਦੀ ਹੈ, ਮੇਨ ਇਹਨੇ ਕੀ ਦੇਣੀ ਹੈ, ਉਹਨੂੰ ਸਪੋਰਟ ਦੇਣੀ ਹੈ, ਕਠੋਰਤਾ ਦੇਣੀ ਹੈ ਇੱਕ ਪਲਾਂਟ ਨੂੰ। ਕਲੀਅਰ? ਉਹ ਟਿਸ਼ੂ ਦਾ ਨਾਮ ਕੀ ਹੈ? ਸਕਲੈਰਨਕਾਈਮਾ ਟਿਸ਼ੂ। ਬੇਟਾ ਜੀ ਨੈਕਸਟ ਹੁਣ ਅਸੀਂ ਬੜਾ ਇੰਪੋਰਟੈਂਟ ਚੀਜ਼ ਪੜ੍ਹਨ ਜਾ ਰਹੇ ਹਾਂ, ਗੁੰਝਲਦਾਰ ਸਥਾਈ ਟਿਸ਼ੂ। ਬੇਟਾ ਇਸ ਵਿੱਚ ਕਈ ਤਰ੍ਹਾਂ ਦੇ ਸੈੱਲ ਹੁੰਦੇ ਨੇ, ਪਰ ਇਹ ਸੈੱਲ ਆਪਸੀ ਤਾਲਮੇਲ ਕਰਕੇ ਨਾ ਇੱਕ ਸਾਂਝਾ ਕੰਮ ਕਰਦੇ, ਯਾਨੀ ਕਿ ਕਾਮਨ ਫੰਕਸ਼ਨ ਪਰਫਾਰਮ ਕਰਦੇ ਨੇ। ਔਰ ਇਹਦੇ ਵਿੱਚ ਅਸੀਂ ਕਿਹੜੀਆਂ ਉਦਾਹਰਨਾਂ ਪੜ੍ਹਦੇ ਹਾਂ ਬੇਟਾ? ਜ਼ਾਈਲਮ ਅਤੇ ਫਲੋਇਮ, ਇਹ ਦੋ ਮੇਨ ਐਗਜ਼ਾਮਪਲਸ ਨੇ। ਕਲੀਅਰ? ਹੁਣ ਬੱਚੇ ਇਹ ਦੋਵੇਂ ਵਹਿਨੀ ਟਿਸ਼ੂ ਨੇ। ਤੁਹਾਨੂੰ ਪੁੱਛ ਸਕਦਾ ਹੈ ਕਿ ਇਹ ਕੀ ਨੇ, ਤਾਂ ਦੋਨੋਂ ਵੈਸਕੂਲਰ ਬੰਡਲਸ ਨੇ, ਯਾਨੀ ਕਿ ਵਹਿਨੀ ਟਿਸ਼ੂ ਨੇ। ਅਗਰ ਪੁੱਛਿਆ ਜਾਏ ਕਿ ਵਹਿਨੀ ਟਿਸ਼ੂ ਕਿਹੜੇ ਆ, ਤੇ ਉਹ ਕਿਹੜੇ ਨੇ? ਜ਼ਾਈਲਮ ਤੇ ਫਲੋਇਮ। ਅਤੇ ਵਹਿਨੀ ਬੰਡਲ ਬਣਾਉਂਦੇ ਨੇ। ਕਲੀਅਰ? ਔਰ ਜਿਹੜਾ ਵਹਿਨੀ ਟਿਸ਼ੂ ਹੈ ਬੇਟਾ, ਅਗਰ ਇਹ ਪੌਦਿਆਂ ਵਿੱਚ ਵਿਕਸਿਤ ਹੈ ਤਾਂ ਇਹਨੂੰ ਕਿਹਦੇ 'ਚ ਹੈਲਪ ਕਰ ਰਿਹਾ? ਆਪਾਂ ਦੇਖਦੇ ਹਾਂ ਜਿਹੜੇ ਪਲਾਂਟਸ ਟੈਰੈਸਟਰੀਅਲ ਹੈਬਿਟੈਟ 'ਚ ਰਹਿੰਦੇ ਨੇ, ਯਾਨੀ ਕਿ ਥਲੀ ਵਾਤਾਵਰਣ 'ਚ ਅਨੁਕੂਲਿਤ ਹੁੰਦੇ ਨੇ, ਉੱਥੇ ਇਹਨਾਂ ਵਹਿਨੀ ਬੰਡਲ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਲੀਅਰ ਬੇਟਾ? ਤਾਂ ਅਗਰ ਅਸੀਂ ਸਭ ਤੋਂ ਪਹਿਲਾਂ ਜ਼ਾਈਲਮ ਦੀ ਗੱਲ ਕਰੀਏ ਤਾਂ ਅਸੀਂ ਇਹ ਕਹਿੰਦੇ ਹਾਂ ਕਿ ਜਿਹੜਾ ਜ਼ਾਈਲਮ ਟਿਸ਼ੂ ਹੈ ਉਹ ਪੌਦਿਆਂ ਵਿੱਚ ਪਾਣੀ, ਯਾਨੀ ਕਿ ਅਸੀਂ ਯਾਦ ਕਿੱਦਾਂ ਕਰਦੇ ਸੀ? ਜੱਜਾ ਜਲ, ਜੱਜਾ ਜ਼ਾਈਲਮ। ਯਾਨੀ ਕਿ ਇੱਥੋਂ ਯਾਦ ਰੱਖ ਲਓ ਕਿ ਜ਼ਾਈਲਮ ਟਿਸ਼ੂ ਨੇ ਪੌਦਿਆਂ ਵਿੱਚ ਪਾਣੀ ਅਤੇ ਖਣਿਜ ਪਦਾਰਥਾਂ ਨੂੰ ਪੌਦੇ ਦੇ ਉੱਪਰਲੇ ਭਾਗਾਂ ਤੱਕ ਪਹੁੰਚਾਉਣ ਵਿੱਚ ਸਹਾਇਤਾ ਕਰਨੀ ਹੈ। ਰਾਈਟ ਬੇਟਾ? ਹੁਣ ਜਿਹੜਾ ਜ਼ਾਈਲਮ ਟਿਸ਼ੂ ਹੈ, ਜੇਕਰ ਅਸੀਂ ਇਹਨੂੰ ਗੁੰਝਲਦਾਰ ਕਿਹਾ ਤਾਂ ਇਹਦਾ ਮਤਲਬ ਅਲੱਗ-ਅਲੱਗ ਤਰ੍ਹਾਂ ਦੇ ਸੈੱਲਾਂ ਦਾ ਬਣਿਆ। ਤਾਂ ਅਸੀਂ ਹੁਣ ਪੜ੍ਹਦੇ ਹਾਂ ਕਿ ਕਿਹੜੇ 4 ਕਿਸਮ ਦੇ ਸੈੱਲਾਂ ਦਾ ਬਣਿਆ ਹੈ। ਸਭ ਤੋਂ ਪਹਿਲਾਂ ਬੇਟਾ ਆਉਂਦਾ ਹੈ ਜ਼ਾਈਲਮ ਟ੍ਰੈਕੀਡਸ, ਜ਼ਾਈਲਮ ਪੇਰਨਕਾਈਮਾ, ਜ਼ਾਈਲਮ ਵੈਸਲਸ ਅਤੇ ਜ਼ਾਈਲਮ ਰੇਸ਼ੇ। ਜੇਕਰ ਅਸੀਂ ਇਹਨਾਂ ਦੇ ਕੰਮ ਦੀ ਗੱਲ ਕਰੀਏ, ਤੁਸੀਂ ਡਾਇਗਰਾਮ ਦੇਖ ਰਹੇ ਹੋ, ਸਭ ਤੋਂ ਪਹਿਲਾਂ ਟ੍ਰੈਕੀਡ ਅਤੇ ਵੈਸਲ ਦੀ ਜੇ ਗੱਲ ਕਰੀਏ ਤਾਂ ਜਿਹੜੇ ਟ੍ਰੈਕੀਡ ਤੇ ਵੈਸਲਸ ਹੁੰਦੇ, ਇਹਨਾਂ ਦੀ ਸੰਰਚਨਾ ਦੇਖੋ ਨਾਲੀਨੁਮਾ ਹੈ। ਰਾਈਟ? ਜੋ ਕਿ ਪਾਣੀ ਅਤੇ ਖਣਿਜਾਂ ਨੂੰ ਹੇਠਾਂ ਤੋਂ ਉੱਪਰ ਵੱਲ ਢੋਣ 'ਚ ਮਦਦ ਕਰੇਗੀ। ਕਲੀਅਰ ਬੇਟਾ? ਅੱਗੇ ਦੇਖੋ ਜ਼ਾਈਲਮ ਪੇਰਨਕਾਈਮਾ ਬਣੇ ਨੇ। ਹੁਣ ਇਹ ਪੇਰਨਕਾਈਮਾ ਦਾ ਕੰਮ ਕੀ ਹੈ? ਇਹਦੇ ਵਿੱਚ ਭੋਜਨ ਜਮਾ ਰਹੇਗਾ। ਰਾਈਟ? ਸਟੋਰੇਜ ਆਫ ਫੂਡ ਕਰਨੀ ਹੈ। ਔਰ ਥਰਡ ਜੇਕਰ ਅਸੀਂ ਗੱਲ ਕਰੀਏ ਰੇਸ਼ੇ ਦੀ, ਤਾਂ ਦੇਖੋ ਦੋਨਾਂ ਸਾਈਡਸ ਤੋਂ ਪੁਆਇੰਟਡ ਨੇ। ਇਹਨਾਂ ਦਾ ਮੇਨ ਕੰਮ ਕੀ ਹੈ? ਪਲਾਂਟ ਨੂੰ ਸਪੋਰਟ ਪ੍ਰੋਵਾਈਡ ਕਰਨੀ, ਯਾਨੀ ਕਿ ਸਹਾਰਾ ਦੇਣਾ। ਨੈਕਸਟ ਆ ਗਿਆ ਬੇਟਾ ਫਲੋਇਮ। तो ਫਲੋਇਮ ਜਿਹੜਾ ਹੈ ਉਹ ਟਿਸ਼ੂ ਮੁੱਖ ਤੌਰ 'ਤੇ ਪੱਤਿਆਂ ਦੁਆਰਾ ਤਿਆਰ ਕੀਤੇ ਭੋਜਨ ਨੂੰ ਪੌਦੇ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚਾਉਂਦਾ ਹੈ, ਯਾਨੀ ਕਿ ਇਹਨੇ ਕਿਹਦੀ ਟਰਾਂਸਪੋਰਟੇਸ਼ਨ ਕਰਨੀ ਹੈ? ਫੂਡ ਦੀ। ਕਲੀਅਰ ਬੇਟਾ? ਤਾਂ ਜਿਹੜਾ ਫਲੋਇਮ ਹੈ ਉਹ ਵੀ 4 ਭਾਗਾਂ ਦਾ ਬਣਿਆ ਹੋਇਆ ਹੈ। ਸਭ ਤੋਂ ਪਹਿਲੇ ਆਪਾਂ ਪੜ੍ਹ ਰਹੇ ਹਾਂ ਸੀਵ ਟਿਊਬ, ਫਿਰ ਆਗੇ ਸਹਿ ਸੈੱਲ ਜਿਹਨੂੰ ਕੰਪੈਨੀਅਨ ਸੈਲਸ ਕਿਹਾ ਜਾਂਦਾ ਹੈ, ਫਲੋਇਮ ਰੇਸ਼ੇ ਅਤੇ ਫਲੋਇਮ ਪੇਰਨਕਾਈਮਾ। ਬੇਟਾ ਹੁਣ ਦੇਖੋ ਜਿਹੜੀਆਂ ਸੀਵ ਟਿਊਬਸ ਨੇ ਉਹ ਵੀ ਨਲੀਨੁਮਾ ਸੈਲਸ ਨੇ। ਰਾਈਟ? ਜਿਨ੍ਹਾਂ ਦੀ ਅਸੀਂ ਦੇਖ ਰਹੇ ਹਾਂ ਮੈਂਬਰੇਨਸ ਨੇ, ਭਿੱਤੀਆਂ ਨੇ, ਉਹ ਮੁਸਾਮਦਾਰ ਹੁੰਦੀਆਂ ਨੇ, ਯਾਨੀ ਕਿ ਪੋਰਸ ਹੁੰਦੀਆਂ ਨੇ। ਤੋ ਜਿਹੜੇ ਫਲੋਇਮ ਰੇਸ਼ੇ ਹੈ ਇਹਨਾਂ ਦੇ ਅੰਦਰ ਉਹਨਾਂ ਨੇ ਕੀ ਪ੍ਰੋਵਾਈਡ ਕਰਨੀ ਹੈ? ਸਪੋਰਟ ਪ੍ਰੋਵਾਈਡ ਕਰਨੀ ਹੈ। ਬੇਟਾ ਇੱਕ ਬਹੁਤ ਇੰਪੋਰਟੈਂਟ ਡਿਫਰੈਂਸ ਹੈ ਜ਼ਾਈਲਮ ਤੇ ਫਲੋਇਮ ਵਿੱਚ ਕਿ ਜਿਹੜਾ ਜ਼ਾਈਲਮ ਹੈ ਨਾ, ਜ਼ਾਈਲਮ ਦੇ ਵੀ ਅਸੀਂ 4 ਭਾਗ ਪੜ੍ਹੇ, 4 ਤਰ੍ਹਾਂ ਦੇ ਸੈੱਲ ਪੜ੍ਹੇ। ਉਹਨਾਂ 4 ਸੈੱਲਾਂ 'ਚੋਂ ਯਾਦ ਰੱਖ ਲਓ ਕਿ ਕੇਵਲ ਜ਼ਾਈਲਮ ਪੇਰਨਕਾਈਮਾ ਹੀ ਕੀ ਸੀ? ਇੱਕ ਜੀਵਿਤ ਸੀ। ਬਾਕੀ ਤਿੰਨੋਂ ਜਿਹੜੇ ਸੈੱਲ ਅਸੀਂ ਪੜ੍ਹੇ ਟ੍ਰੈਕੀਡਸ, ਵੈਸਲਸ ਤੇ ਫਾਈਬਰਸ, ਤਿੰਨੋਂ ਕੀ ਸੀ? ਮ੍ਰਿਤਕ ਸੈੱਲ ਸੀ। ਲੇਕਿਨ ਇਹੀ ਜੇਕਰ ਮੈਂ ਫਲੋਇਮ ਦੇ ਤਿੰਨੋਂ ਤਰ੍ਹਾਂ ਦੇ ਸੈੱਲਾਂ ਦੀ ਗੱਲ ਕਰਾਂ ਤਾਂ ਫਲੋਇਮ ਦੇ ਅੰਦਰ ਕੇਵਲ ਜਿਹੜੇ ਫਲੋਇਮ ਫਾਈਬਰਸ ਨੇ ਜੋ ਕਿ ਸਕਲੈਰਨਕਾਈਮਾ ਟਿਸ਼ੂ ਦੇ ਬਣੇ ਨੇ, ਕੇਵਲ ਉਹ ਮ੍ਰਿਤਕ ਯਾਨੀ ਕਿ ਡੈਡ ਹੁੰਦੇ ਨੇ। ਪਰ ਬਾਕੀ ਤਿੰਨੋਂ ਜਿਵੇਂ ਕਿ ਸੀਵ ਟਿਊਬਸ, ਕੰਪੈਨੀਅਨ ਸੈਲਸ ਅਤੇ ਫਲੋਇਮ ਪੇਰਨਕਾਈਮਾ, ਤਿੰਨੋਂ ਦੇ ਤਿੰਨੋਂ ਕੀ ਹੈ ਬੇਟਾ? ਲਿਵਿੰਗ ਸੈਲਸ ਨੇ। तो बेटा जी ਹੁਣ ਤੱਕ ਅਸੀਂ ਪੜ੍ਹ ਲਿਆ ਪਲਾਂਟ ਟਿਸ਼ੂ ਬਾਰੇ। ਕਲੀਅਰ? ਨੈਕਸਟ ਜੋ ਅਸੀਂ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ ਉਹ ਹੈ ਐਨੀਮਲ ਟਿਸ਼ੂ, ਯਾਨੀ ਕਿ ਜੰਤੂ ਟਿਸ਼ੂ। ਬੇਟਾ ਤੁਸੀਂ ਜਾਣਦੇ ਹੋ ਜਿਹੜੇ ਜੰਤੂ ਨੇ ਜ਼ਿਆਦਾਤਰ ਸਾਰੇ ਮਲਟੀ ਸੈਲਰ ਆਰਗੈਨਿਜ਼ਮਸ ਨੇ, ਤਾਂ ਉਹਨਾਂ ਦੇ ਵਿੱਚ ਜਿਹੜੇ ਮੌਜੂਦ ਅੰਗ ਹੁੰਦੇ ਨੇ ਯਾਨੀ ਕਿ ਆਰਗਨਸ ਹੁੰਦੇ ਨੇ ਉਹ ਕਈ ਅਲੱਗ-ਅਲੱਗ ਤਰ੍ਹਾਂ ਦੇ ਫੰਕਸ਼ਨਸ ਪਰਫਾਰਮ ਕਰਦੇ। ਤਾਂ ਬਈ ਅਲੱਗ-ਅਲੱਗ ਤਰ੍ਹਾਂ ਦੇ ਫੰਕਸ਼ਨਸ ਜੇ ਪਰਫਾਰਮ ਕਰਾਣੇ ਤਾਂ ਸਾਨੂੰ ਕਈ ਤਰ੍ਹਾਂ ਦੇ ਡਿਫਰੈਂਟ ਟਾਈਪਸ ਦੇ ਟਿਸ਼ੂਜ਼ ਚਾਹੀਦੇ ਹੋਣਗੇ। ਕਲੀਅਰ? ਇਹਦੇ ਅੰਦਰ ਅਸੀਂ ਐਨੀਮਲਸ ਅੰਦਰ 4 ਮੇਨ ਟਾਈਪਸ ਦੇ ਟਿਸ਼ੂਜ਼ ਪੜ੍ਹੇ ਸੀ ਬੱਚੇ। ਇੱਕ ਪੜ੍ਹਿਆ ਸੀ ਅਸੀਂ ਆਦਿਛਦ ਟਿਸ਼ੂ, ਫਿਰ ਆਪਾਂ ਪੜ੍ਹਿਆ ਸੀ ਆਦਿਛਦ ਨੂੰ ਬੇਟਾ ਅਸੀਂ ਐਪੀਥੀਲੀਅਲ ਟਿਸ਼ੂ ਕਹਿੰਦੇ ਹਾਂ। ਦੈਨ ਅਸੀਂ ਪੜ੍ਹਿਆ ਸੀ ਜੋੜਕ ਟਿਸ਼ੂ ਜੋ ਕਿ ਕਨੈਕਟਿਵ ਟਿਸ਼ੂ ਹੈ। ਥਰਡ ਅਸੀਂ ਪੜ੍ਹਿਆ ਸੀ ਪੇਸ਼ੀ ਟਿਸ਼ੂ ਜਿਹਨੂੰ ਅਸੀਂ ਮਸਕੂਲਰ ਟਿਸ਼ੂ ਕਹਿੰਦੇ ਹਾਂ।
ਔਰ ਲਾਸਟ ਅਸੀਂ ਪੜ੍ਹਦੇ ਸੀ ਨਾੜੀ ਟਿਸ਼ੂ, ਜਿਹਨੂੰ ਅਸੀਂ ਨਰਵਸ ਟਿਸ਼ੂ ਕਿਹਾ ਗਿਆ ਸੀ। तो बेटा ਅਸੀਂ ਸਭ ਤੋਂ ਪਹਿਲੀ ਟਾਈਪ ਪੜ੍ਹਨ ਜਾ ਰਹੇ ਹਾਂ ਅਧਿਛਦ ਟਿਸ਼ੂ ਯਾਨੀ ਕਿ ਐਪੀਥੀਲੀਅਲ ਟਿਸ਼ੂ। ਬੇਟਾ ਜਿਹੜਾ ਇਹ ਟਿਸ਼ੂ ਹੁੰਦਾ ਹੈ ਇਹ ਸਾਡੇ ਸਰੀਰ ਦੀ ਬਾਹਰੀ ਪਰਤ ਯਾਨੀ ਕਿ ਜਿਹਨੂੰ ਅਸੀਂ ਐਪੀਡਰਮਿਸ ਕਹਿੰਦੇ ਹਾਂ, ਅੰਦਰੂਨੀ ਅੰਗਾਂ ਦੀ ਬਾਹਰੀ ਪਰਤ ਅਤੇ ਸਰੀਰ ਦੇ ਜਿਹੜੀ ਸਰੀਰ ਦੀਆਂ ਖੋੜਾਂ ਹੁੰਦੀਆਂ ਨੇ, ਜਿਹੜੀ ਸਰੀਰ ਦੇ ਅੰਦਰ ਕੈਵਿਟੀਜ਼ ਹੁੰਦੀਆਂ ਉਹਨਾਂ ਨੂੰ ਢੱਕਣ ਦਾ ਕੰਮ ਕਰਦੀ ਹੈ, ਕਵਰ ਕਰਨ ਦਾ ਕੰਮ ਕਰ ਰਹੀ ਹੈ। ਕਲੀਅਰ ਬੇਟਾ? ਤਾਂ ਬੇਟਾ ਯਾਨੀ ਕਿ ਜਿਹੜੇ ਅਧਿਛਦ ਟਿਸ਼ੂ ਦੇ ਸੈਲਸ ਹੁੰਦੇ ਨਾ ਬਹੁਤ ਨਾਲ ਪਏ ਹੁੰਦੇ ਆ ਤੇ ਇੱਕ ਬਜਵੀ ਤਹਿ ਬਣਾ ਦਿੰਦੇ ਨੇ, ਬਿਲਕੁਲ ਕਲੋਜ਼ਡ ਸਟਰਕਚਰ ਬਣਾਉਂਦੇ ਆ ਔਰ ਇਹਨਾਂ ਸੈੱਲਾਂ ਦੇ ਵਿਚਕਾਰ ਕੋਈ ਵੀ ਖਾਲੀ ਜਗ੍ਹਾ ਨਹੀਂ ਹੁੰਦੀ ਤੇ ਸੈੱਲਾਂ ਨੂੰ ਜੋੜਨ ਵਾਲਾ ਪਦਾਰਥ ਵੀ ਬਹੁਤ ਘੱਟ ਹੁੰਦਾ। ਇਸ ਲਈ ਅਸੀਂ ਕਹਿ ਸਕਾਂਗੇ ਕਿ ਸਰੀਰ ਦੇ ਅੰਦਰ ਆਉਣ ਵਾਲੇ ਜਾਂ ਬਾਹਰ ਜਾਣ ਵਾਲੇ ਜਿਹੜੇ ਪਦਾਰਥ ਹੋਣਗੇ ਉਹਨਾਂ ਨੂੰ ਘੱਟੋ ਘੱਟ ਆਪਾਂ ਕਹਿ ਰਹੇ ਹਾਂ ਸੈੱਲਾਂ ਦੀ ਇੱਕ ਤਹਿ ਵਿੱਚੋਂ ਲੰਘ ਕੇ ਜਾਣਾ ਪਏਗਾ। ਕਲੀਅਰ ਬੇਟਾ? ਇਸ ਚੀਜ਼ ਨੂੰ ਕੀ ਕਵਾਂਗੇ ਅਸੀਂ ਕਿ ਜਿਹੜੀ ਪਰਮੀਏਬਿਲਿਟੀ ਹੋ ਗਈ ਯਾਨੀ ਕਿ ਕਿਹੜੀ ਚੀਜ਼ ਅੰਦਰ ਜਾ ਰਹੀ ਹੈ ਕਿਹੜੀ ਚੀਜ਼ ਬਾਹਰ ਜਾ ਰਹੀ ਹੈ, ਉਹਦੇ ਕੰਟਰੋਲ ਵਿੱਚ ਇਹ ਵਾਲਾ ਜਿਹੜਾ ਟਿਸ਼ੂ ਹੈ ਉਹ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰ ਰਿਹਾ। ਕਲੀਅਰ ਬੱਚੇ? ਔਰ ਇੱਕ ਪੁਆਇੰਟ ਬੜਾ ਇੰਪੋਰਟੈਂਟ ਯਾਦ ਰੱਖਣਾ ਹੈ ਕਿ ਮੈਂ ਤੁਹਾਨੂੰ ਜਿੰਨੇ ਵੀ ਕਿਸਮ ਦੇ ਹੁਣੇ ਇਹ ਐਪੀਥੀਲੀਅਲ ਟਿਸ਼ੂ ਬਾਰੇ ਦੱਸਾਂਗੀ ਇਹ ਸਾਰੇ ਇੱਕ ਰੇਸ਼ੇਦਾਰ ਆਧਾਰ ਝਿੱਲੀ ਦੇ ਉੱਪਰ ਹੁੰਦੇ ਨੇ। ਆਧਾਰ ਝਿੱਲੀ ਯਾਨੀ ਕਿ ਇੱਕ ਬੇਸਮੈਂਟ ਮੈਂਬਰੇਨ ਦੇ ਉੱਪਰ ਪਏ ਹੁੰਦੇ ਆ। ਕਲੀਅਰ ਬੇਟਾ? ਜਦੋਂ ਅਸੀਂ ਅਧਿਛਦ ਟਿਸ਼ੂ ਦੀ ਗੱਲ ਕਰਦੇ ਹਾਂ, ਇਹਦੀਆਂ ਡਿਫਰੈਂਟ ਟਾਈਪਸ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲੀ ਟਾਈਪ ਅਸੀਂ ਪੜ੍ਹਦੇ ਹਾਂ ਬੇਟਾ ਸਕੇਲੀ ਅਧਿਛਦ ਟਿਸ਼ੂ। ਹੁਣ ਬੇਟਾ ਜੋ ਸਕੇਲੀ ਯਾਨੀ ਕਿ ਸਿੰਪਲ ਸਕੁਐਮਸ ਐਪੀਥੀਲੀਅਲ ਟਿਸ਼ੂ ਹੈ ਇਹਦੇ ਅੰਦਰ ਆਪਾਂ ਪੜ੍ਹਦੇ ਹਾਂ ਕਿ ਇਹਦੇ ਜਿਹੜੇ ਸੈਲਸ ਹੁੰਦੇ ਆ ਬਹੁਤ ਪਤਲੇ ਤੇ ਚਪਟੇ ਹੁੰਦੇ ਆ, ਜਿਵੇਂ ਕਿ ਤੁਸੀਂ ਫਰਸਟ ਡਾਇਗਰਾਮ ਵਿੱਚ ਦੇਖ ਸਕਦੇ ਹੋ ਔਰ ਇਹ ਬਹੁਤ ਬਰੀਕ ਤਹਿ ਬਣਾਉਂਦੇ ਆ। ਅਸੀਂ ਪੜ੍ਹਦੇ ਹਾਂ ਕਿ ਈਸੋਫੇਗਸ ਤੇ ਮੂੰਹ ਦੇ ਅੰਦਰਲੇ ਪਾਸੇ ਦੇ ਜਿਹੜੇ ਸੈੱਲ ਹੁੰਦੇ ਨੇ ਉਹ ਸਿੰਪਲ ਸਕੁਐਮਸ ਐਪੀਥੀਲੀਅਲ ਟਿਸ਼ੂ ਦੇ ਹੀ ਬਣੇ ਹੁੰਦੇ ਆ। ਔਰ ਬੇਟਾ ਜਿਹੜੀ ਸਾਡੀ ਸਕਿਨ ਹੈ ਔਰ ਜਿਹੜੀ ਸਾਡੇ ਪੂਰੇ ਦੀ ਪੂਰੀ ਬਾਡੀ ਨੂੰ ਢੱਕ ਕੇ ਰੱਖ ਰਹੀ ਹੈ ਉਹ ਵੀ ਇਸੇ ਟਿਸ਼ੂ ਦੀ ਬਣੀ ਹੋਈ ਹੈ। ਕਲੀਅਰ ਬੱਚੇ? ਆਪਾਂ ਦੇਖ ਰਹੇ ਹਾਂ ਕਿ ਜਿਹੜੇ ਸੈੱਲ ਨੇ ਉਹ ਕਈ ਤਹਿਾਂ ਵਿੱਚ ਜੁੜੇ ਹੁੰਦੇ ਨੇ। ਅਗਰ ਆਪਾਂ ਟਿਸ਼ੂ ਦੀ ਗੱਲ ਕਰੀਏ ਆਪਣੇ ਸਕਿਨ ਦੀ ਤਾਂ ਇੱਦਾਂ ਦੇ ਕਈ ਸੈਲਸ ਨਾ ਪ੍ਰੋਪਰ ਲੇਅਰਸ ਬਣਾ ਕੇ ਜੁੜ ਜਾਂਦੇ ਨੇ ਤਾਂ ਕਿ ਜੇਕਰ ਅਗਰ ਕੋਈ ਚਮੜੀ ਦੀ ਟੁੱਟ ਭੱਜ ਹੁੰਦੀ ਹੈ ਉਸ ਤੋਂ ਬਚਿਆ ਜਾ ਸਕੇ। ਤਾਂ ਇਟ ਮੀਨਸ ਸੈਕਿੰਡ ਟਾਈਪ ਦਾ ਡਾਇਗਰਾਮ ਦੇਖੋ, ਜਦੋਂ ਇਹ ਸਕੇਲੀ ਵੀ ਹੋਣ, ਸਿੰਪਲ ਵੀ ਹੋਣ ਜਾਂ ਘਨਾਕਾਰ ਯਾਨੀ ਕਿ ਕਿਊਬ ਸ਼ੇਪ ਦੇ ਜਾਂ ਸਤੰਭਕਾਰ ਸ਼ੇਪ ਦੇ, ਕੋਲਮਨਰ ਸ਼ੇਪ ਦੇ ਇੱਦਾਂ ਦੀ ਤਹਿਾਂ ਵਾਲੇ ਤੁਹਾਨੂੰ ਸੈਲਸ ਮਿਲ ਜਾਣ, ਸਕੇਲੀ ਸੈਲਸ ਮਿਲ ਜਾਣ, ਇੱਕ ਦੂਜੇ ਨਾਲ ਜੁੜੇ ਹੋਣ ਤਾਂ ਇਸ ਤਰ੍ਹਾਂ ਦੇ ਸੈਲਸ ਨੂੰ ਅਸੀਂ ਤਹਿਦਾਰ ਅਧਿਛਦ ਟਿਸ਼ੂ ਕਹਿੰਦੇ ਹਾਂ, ਜੋ ਕਿ ਸੈਕਿੰਡ ਟਾਈਪ ਲਿਖੀ ਹੈ ਤਹਿਦਾਰ। ਨਾਮ ਤੇ ਪਤਾ ਚੱਲ ਰਿਹਾ ਤਹਿਾਂ ਬਣਾਉਣਗੇ, ਅਲੱਗ-ਅਲੱਗ ਲੇਅਰਸ ਬਣਾਉਣਗੇ। ਕਲੀਅਰ? ਦੈਨ ਥਰਡ ਆਉਂਦੀ ਹੈ ਘਨਾਕਾਰ ਅਧਿਛਦ ਟਿਸ਼ੂ। ਨਾਮ ਤੋਂ ਹੀ ਪਤਾ ਚੱਲ ਰਿਹਾ ਕਿ ਜਿਹੜੇ ਇਹ ਟਿਸ਼ੂ ਦੇ ਸੈਲਸ ਹੋਣਗੇ ਉਹ ਘਣ ਸ਼ੇਪ ਦੇ ਹੋਣਗੇ, ਕਿਊਬੋਇਡਲ ਐਪੀਥੀਲੀਅਲ ਟਿਸ਼ੂ ਕਿਹਾ ਜਾਂਦਾ ਇਹਨੂੰ। ਫੋਰਥ ਟਾਈਪ ਲਿਖੀ ਹੋਈ ਹੈ ਬੇਟਾ ਕੋਲਮਕਾਰ। ਹੁਣ ਬੇਟਾ ਆਪਾਂ ਦੇਖਦੇ ਹਾਂ ਕਿ ਜਿਹੜੇ ਕੋਲਮ ਸ਼ੇਪਡ ਦੇ ਸੈਲਸ ਹੋਣਗੇ, ਕੋਲਮ ਆਕਾਰ ਦੇ ਹੋਣਗੇ, ਉਹਨਾਂ ਨੂੰ ਅਸੀਂ ਕੋਲਮਕਾਰ ਅਧਿਛਦ ਟਿਸ਼ੂ ਕਵਾਂਗੇ ਕਿਉਂਕਿ ਇਹ ਵੱਡੇ ਕੋਲਮ ਸ਼ੇਪ ਨੇ। ਔਰ ਕਈ ਵਾਰੀ ਇਹਨਾਂ ਦੇ ਉੱਪਰ ਬੇਟਾ ਵਾਲਾਂ ਵਰਗੀਆਂ ਰਚਨਾਵਾਂ ਲੱਗ ਜਾਂਦੀਆਂ ਜਿਨ੍ਹਾਂ ਨੂੰ ਅਸੀਂ ਕੀ ਕਹਿੰਦੇ ਹਾਂ ਸੀਲੀਆ। ਤਾਂ ਇੱਦਾਂ ਦੇ ਟਿਸ਼ੂ ਨੂੰ ਅਸੀਂ ਕੀ ਨਾਮ ਦੇ ਰਹੇ ਹਾਂ? ਸੀਲੀਆਮਈ ਕੋਲਮ ਆਕਾਰ ਅਧਿਛਦ ਟਿਸ਼ੂ, ਕਿਉਂਕਿ ਇਹਨਾਂ ਨੇ ਮੂਵਮੈਂਟ ਕਰਕੇ ਇਹਨਾਂ ਦੀ ਗਤੀ, ਸੀਲੀਆ ਦੀ ਗਤੀ ਕਰਕੇ ਜਿਹੜੀ ਕੋਈ ਵੀ ਮਿਊਕਸ ਹੈ ਕਿਸੇ ਵੀ ਪੋਰਸ਼ਨ ਦੇ, ਜਿਵੇਂ ਕਿ ਨੋਜ਼ ਦੇ ਅੰਦਰ ਹੈ ਜਾਂ ਸਾਡੀ ਐਲਵੀਓਲਾਈ ਦੇ ਅੰਦਰ ਹੈ, ਉਹਨੂੰ ਅੱਗੇ ਧੱਕਣ ਵਿੱਚ ਮਦਦ ਕਰੇਗਾ। ਕਲੀਅਰ ਬੇਟਾ? ਚਾਰੋਂ ਟਾਈਪਸ। ਹੁਣ ਬੇਟਾ ਨੈਕਸਟ ਜੋ ਅਸੀਂ ਬੜੀ ਇੰਪੋਰਟੈਂਟ ਟਾਈਪ ਕਰਨ ਜਾ ਰਹੇ ਹਾਂ ਐਨੀਮਲ ਟਿਸ਼ੂ ਦੀ ਉਹ ਹੈ ਕਨੈਕਟਿਵ ਟਿਸ਼ੂ। ਬੇਟਾ ਜੋ ਕਨੈਕਟਿਵ ਟਿਸ਼ੂ ਯਾਨੀ ਕਿ ਜੋੜਕ ਟਿਸ਼ੂ ਹੈ, ਨਾਮ ਤੋਂ ਹੀ ਪਤਾ ਚੱਲ ਰਿਹਾ ਹੈ ਇਹ ਸਰੀਰ ਵਿੱਚ ਵੱਖ-ਵੱਖ ਟਿਸ਼ੂਆਂ ਨੂੰ ਆਪਸ ਵਿੱਚ ਜੋੜਨ ਤੇ ਵੱਖ-ਵੱਖ ਅੰਗਾਂ ਨੂੰ ਆਪਸ ਵਿੱਚ ਜੋੜਨ ਵਜੋਂ ਕੰਮ ਕਰੇਗਾ। ਹੁਣ ਜੋ ਜੋੜਕ ਟਿਸ਼ੂ ਹੈ ਬੇਟਾ ਇਹਦੇ ਜਿਹੜੇ ਸੈੱਲ ਹੁੰਦੇ ਨੇ ਬਹੁਤ ਦੂਰ ਪਏ ਹੁੰਦੇ ਆ ਤੇ ਕਿਸੇ ਠੋਸ ਜਾਂ ਤਰਲ ਪਦਾਰਥ ਵਿੱਚ ਖੁੱਬੇ ਹੋਏ ਹੁੰਦੇ ਆ। ਇਸ ਠੋਸ ਜਾਂ ਤਰਲ ਪਦਾਰਥ ਨੂੰ ਅਸੀਂ ਅੰਤਰਸੈਲੀ ਮੈਟ੍ਰਿਕਸ ਯਾਨੀ ਕਿ ਇੰਟਰਸੈਲੂਲਰ ਮੈਟ੍ਰਿਕਸ ਕਹਿੰਦੇ ਹਾਂ। ਬੇਟਾ ਹੁਣ ਜਿਹੜਾ ਇੰਟਰਸੈਲੂਲਰ ਮੈਟ੍ਰਿਕਸ ਹੈ ਨਾ, ਜੋ ਇਹਦੀ ਨੇਚਰ ਹੈ ਕਿ ਇਹ ਠੋਸ ਹੋਏਗਾ ਜਾਂ ਤਰਲ ਯਾਨੀ ਕਿ ਲਿਕੁਇਡ ਫੇਸ 'ਚ ਹੋਏਗਾ, ਡਿਪੈਂਡ ਕਰਦਾ ਹੈ ਕਿ ਇਹਦੇ ਅੰਦਰ ਕਿਸ ਤਰ੍ਹਾਂ ਦੇ ਸੈਲਸ ਨੇ ਔਰ ਉਹਨੇ ਕਿਹੜੇ ਵਾਲਾ ਫੰਕਸ਼ਨ ਪਰਫਾਰਮ ਕਰਨਾ ਹੈ। ਬੇਟਾ ਜੋੜਕ ਟਿਸ਼ੂ ਦੀਆਂ ਹੁਣ ਅਸੀਂ ਡਿਫਰੈਂਟ ਟਾਈਪਸ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲੀ ਔਰ ਬੜੀ ਇੰਪੋਰਟੈਂਟ ਟਾਈਪ ਹੈ ਬੇਟਾ ਉਹ ਹੈ ਏਰੀਓਲਰ ਜੋੜਕ ਟਿਸ਼ੂ। ਬੱਚੇ ਇਹ ਜੋ ਟਿਸ਼ੂ ਹੈ ਇਹ ਚਮੜੀ
ਪੇਸ਼ੀਆਂ ਦੇ ਵਿਚਕਾਰ, ਲਹੂ ਵਹਿਣੀਆਂ ਅਤੇ ਆਪਾਂ ਕਹਿੰਦੇ ਹਾਂ ਨਾੜਾਂ ਦੇ ਆਲੇ ਦੁਆਲੇ, ਜਾਂ ਜਿਹੜਾ ਹੱਡੀ ਦੇ ਵਿੱਚ ਦਰਵ ਹੁੰਦਾ ਜਿਹਨੂੰ ਅਸੀਂ ਬੋਨ ਮੈਰੋ ਕਹਿੰਦੇ ਆ, ਇਹ ਉੱਥੇ ਪ੍ਰੈਜ਼ੈਂਟ ਹੈ। ਤਾਂ ਇਹਦਾ ਮੇਨ ਫੰਕਸ਼ਨ ਕੀ ਹੋ ਗਿਆ ਬੇਟਾ? ਅੰਗਾਂ ਦੇ ਵਿਚਲੀ ਥਾਂ ਨੂੰ ਭਰਨਾ, ਅੰਦਰੂਨੀ ਅੰਗਾਂ ਨੂੰ ਸਹਾਰਾ ਦੇਣਾ, ਜਾਂ ਫਿਰ ਜਿਹੜੇ ਸਾਡੇ ਟਿਸ਼ੂਜ਼ ਹੈ ਉਹਨਾਂ ਦੀ ਮੁਰੰਮਤ ਕਰਨ ਦਾ, ਅਗਰ ਕੋਈ ਵੇਅਰ ਐਂਡ ਟੇਅਰ ਹੋ ਜਾਂਦੀ ਹੈ ਤਾਂ ਉਹਦੀ ਜਿਹੜੀ ਮੁਰੰਮਤ ਕਰਨੀ ਹੈ ਉਹਦਾ ਕੰਮ ਇਸ ਟਿਸ਼ੂ ਨੇ ਪਰਫਾਰਮ ਕਰਨਾ ਹੈ। ਸੈਕਿੰਡ ਟਾਈਪ ਆਉਂਦੀ ਹੈ ਬੇਟਾ ਚਰਬੀਨਾ ਟਿਸ਼ੂ, ਜਿਹਨੂੰ ਅਸੀਂ ਐਡੀਪੋਜ਼ ਜਾਂ ਫੈਟੀ ਟਿਸ਼ੂ ਕਹਿੰਦੇ ਹਾਂ। ਬੇਟਾ ਨਾਮ ਤੇ ਪਤਾ ਚੱਲ ਰਿਹਾ ਹੈ ਕਿ ਜਿਹੜਾ ਚਰਬੀ ਟਿਸ਼ੂ ਹੈ ਇਹ ਚਮੜੀ ਦੇ ਹੇਠਾਂ ਪਰਤਾਂ ਬਣਾ ਕੇ ਸਾਡੀ ਚਮੜੀ ਨੂੰ ਮੋਟਾ ਕਰ ਦੇਗਾ। ਇਹਦਾ ਕੰਮ ਕੀ ਹੋਏਗਾ? ਬੋਡੀ ਨੂੰ ਕੀ ਪ੍ਰੋਵਾਈਡ ਕਰਨਾ ਬੇਟਾ? ਇਨਸੂਲੇਸ਼ਨ। ਕਲੀਅਰ? ਇਟ ਮੀਨਸ ਇਹਨੇ ਇੱਕ ਬੋਡੀ ਨੂੰ, ਜਿੱਦਾਂ ਇੰਟਰਨਲ ਔਰਗਨਸ ਨੇ, ਸਾਡੇ ਡੈਲੀਕੇਟ ਔਰਗਨਸ ਨੇ, ਉਹਨਾਂ ਦੇ ਆਸ-ਪਾਸ ਇਹ ਲੇਅਰਸ ਵਿੱਚ ਮੌਜੂਦ ਹੋਏਗਾ ਔਰ ਉਹਨਾਂ ਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕਰੇਗਾ। ਥਰਡ ਟਾਈਪ ਆਉਂਦੀ ਹੈ ਬੇਟਾ ਬੋਨ। ਬੋਨ ਯਾਨੀ ਕਿ ਹੱਡੀ। ਤੁਸੀਂ ਜਾਣਦੇ ਹੋ ਇਹ ਜਿਹੜੀ ਬੋਨ ਹੈ ਦੋ ਮਿਨਰਲਸ ਯਾਨੀ ਕਿ ਕੈਲਸ਼ੀਅਮ ਤੇ ਫਾਸਫੋਰਸ ਦੀ ਬਣੀ ਹੋਈ ਹੁੰਦੀ ਹੈ ਔਰ ਇਹਦਾ ਕੰਮ ਹੈ ਸਾਡੇ ਸਰੀਰ ਦੇ ਢਾਂਚੇ ਦਾ ਨਿਰਮਾਣ ਕਰਨਾ, ਸਕੈਲੇਟਨ ਸਿਸਟਮ ਬਣਾਉਣਾ, ਸਾਡੀ ਬੋਡੀ ਨੂੰ ਇੱਕ ਪ੍ਰੋਪਰ ਸ਼ੇਪ ਦੇਣਾ ਔਰ ਸਾਡੀ ਬੋਡੀ ਦੇ ਇੰਟਰਨਲ ਔਰਗਨਸ ਨੂੰ ਪ੍ਰੋਟੈਕਟ ਕਰਨਾ। ਨੈਕਸਟ ਬੇਟਾ ਫੋਰਥ ਟਾਈਪ ਆਉਂਦੀ ਹੈ ਲਿਗਾਮੈਂਟਸ। ਤੁਸੀਂ ਜਾਣਦੇ ਹੋ ਇੱਕ ਹੱਡੀ ਨੂੰ ਦੂਜੀ ਹੱਡੀ ਨਾਲ ਜੋੜਨ ਦਾ ਕੰਮ ਕੌਣ ਪਰਫਾਰਮ ਕਰ ਰਿਹਾ ਬੇਟਾ? ਲਿਗਾਮੈਂਟਸ ਕਰ ਰਿਹਾ ਹੈ। ਇਹ ਟਿਸ਼ੂ ਬਹੁਤ ਲਚਕੀਲਾ ਹੁੰਦਾ ਹੈ। ਕਲੀਅਰ? ਇਸ ਦੇ ਵਿੱਚ ਜਿਹੜੀ ਆਪਾਂ ਮਜ਼ਬੂਤੀ ਕਹੀਏ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਔਰ ਜਿਹੜਾ ਲਿਗਾਮੈਂਟ ਹੈ ਉਹਦੇ ਵਿੱਚ ਮੈਟ੍ਰਿਕਸ ਜੋ ਹੈ ਉਹ ਬਹੁਤ ਘੱਟ ਹੁੰਦਾ ਹੈ। ਕਲੀਅਰ ਬੇਟਾ? ਲਿਗਾਮੈਂਟ ਤੋਂ ਬਾਅਦ ਬੇਟਾ ਅਸੀਂ ਪੜ੍ਹਦੇ ਹਾਂ ਟੈਂਡਨ ਬਾਰੇ। ਟੈਂਡਨ ਜੋ ਹੈ ਉਹ ਹੱਡੀ ਨੂੰ ਪੇਸ਼ੀ ਨਾਲ ਯਾਨੀ ਕਿ ਬੋਨ ਨੂੰ ਮਸਲ ਨਾਲ ਜੋੜਨ ਦਾ ਕੰਮ ਕਰਦਾ ਹੈ। ਟੈਂਡਨ ਜੋ ਹੈ ਉਹ ਬਹੁਤ ਮਜ਼ਬੂਤ ਹੈ ਪਰ ਇਹਦੀ ਜਿਹੜੀ ਫਲੈਕਸੀਬਿਲਿਟੀ ਹੈ ਉਹ ਲਿਗਾਮੈਂਟ ਨਾਲੋਂ ਥੋੜੀ ਘੱਟ ਹੁੰਦੀ ਹੈ। ਨੈਕਸਟ ਟਾਈਪ ਦਾ ਬੇਟਾ ਅਸੀਂ ਕਨੈਕਟਿਵ ਟਿਸ਼ੂ ਕਰਾਂਗੇ ਉਪ ਅਸਥੀ। ਉਪ ਅਸਥੀ ਯਾਨੀ ਕਿ ਕਾਰਟਿਲੇਜ। ਬੇਟਾ ਜੋ ਕਾਰਟਿਲੇਜ ਹੈ ਜਿਹੜਾ ਇਹਦਾ ਮੈਟ੍ਰਿਕਸ ਹੁੰਦਾ ਹੈ ਇਹ ਖੰਡ ਅਤੇ ਪ੍ਰੋਟੀਨ ਦਾ ਬਣਿਆ ਹੁੰਦਾ ਹੈ। ਇਸ ਵਿੱਚ ਵੀ ਜਿਹੜੇ ਸੈੱਲ ਹੁੰਦੇ ਆ ਬਹੁਤ ਦੂਰ ਦੂਰ ਹੁੰਦੇ ਨੇ। ਜਿਹੜੀ ਉਪਸਥੀ ਹੈ ਉਹ ਹੱਡੀ ਨਾਲੋਂ ਤਾਂ ਨਰਮ ਹੁੰਦੀ ਹੈ ਪਰ ਮਸਲ ਨਾਲੋਂ ਕੀ ਹੁੰਦੀ ਹੈ? ਥੋੜੀ ਸਖਤ ਹੁੰਦੀ ਹੈ। ਆਪਾਂ ਦੇਖਦੇ ਹਾਂ ਕਿ ਕਾਰਟਿਲੇਜ ਕਿੱਥੇ ਪ੍ਰੈਜ਼ੈਂਟ ਹੈ। ਤੁਸੀਂ ਫੀਲ ਕਰ ਸਕਦੇ ਹੋ ਬੇਟਾ ਟੱਚ ਕਰਕੇ। ਸਾਡੇ ਬਾਹਰੀ ਕੰਨ ਯਾਨੀ ਕਿ ਐਕਸਟਰਨਲ ਈਅਰ ਜਿਹਨੂੰ ਅਸੀਂ ਪਿੰਨਾ ਕਹਿੰਦੇ ਹਾਂ ਉੱਥੇ ਪ੍ਰੈਜ਼ੈਂਟ ਹੁੰਦਾ ਹੈ। ਨੋਜ਼ ਟਿਪ ਤੇ, ਨੱਕ ਦੇ ਅੰਦਰ, ਰਾਈਟ, ਜਿਹੜੀ ਸਾਡੀ ਨੱਕ ਦੀ ਟਿਪ ਹੁੰਦੀ ਹੈ। ਤੇ ਥਰਡ ਪੁਆਇੰਟ ਆਉਂਦਾ ਟ੍ਰੇਕੀਆ। ਟ੍ਰੇਕੀਆ ਯਾਨੀ ਕਿ ਜਿਹੜੀ ਸਾਡੀ ਸਾਹ ਦੀ ਨਲੀ ਹੁੰਦੀ ਹੈ। ਆਪਾਂ ਕਹਿੰਦੇ ਹਾਂ ਟ੍ਰੇਕੀਆ ਦੇ ਅੰਦਰ ਸੀ ਸ਼ੇਪ ਦੀਆਂ ਕਾਰਟਿਲੇਜਨਸ ਰਿੰਗਸ ਹੁੰਦੀਆਂ ਨੇ ਜੋ ਕਿ ਟ੍ਰੇਕੀਆ ਨੂੰ ਜਦੋਂ ਅਸੀਂ ਐਕਸਹੇਲ ਕਰ ਦਿੰਦੇ ਹਾਂ, ਹਵਾ ਬਾਹਰ ਕੱਢ ਦਿੰਦੇ ਹਾਂ ਤਾਂ ਉਹਨੂੰ ਕੋਲੈਪਸ ਹੋਣ ਤੋਂ ਬਚਾਉਂਦੀ ਹੈ। ਲਾਸਟ ਟਾਈਪ ਜੋ ਹੈ ਕਨੈਕਟਿਵ ਟਿਸ਼ੂ ਦੀ ਬੇਟਾ ਉਹ ਹੈ ਲਹੂ ਯਾਨੀ ਕਿ ਬਲੱਡ। ਤੁਸੀਂ ਜਾਣਦੇ ਹੋ ਬਲੱਡ ਜੋ ਹੈ ਉਹ ਸਾਡਾ ਇੱਕ, ਆਪਾਂ ਦੇਖ ਰਹੇ ਹਾਂ ਕਿ ਇੱਕ ਲਿਕੁਇਡ ਪਾਰਟ ਤੇ ਉਹਦੇ ਅੰਦਰ ਕਾਰਪਸਲਸ ਨੇ, ਇਹਦੇ ਕੰਬੀਨੇਸ਼ਨ ਨਾਲ ਬਣਿਆ ਹੋਇਆ ਹੈ। ਜਿਹੜਾ ਤਰਲ ਪਦਾਰਥ ਹੁੰਦਾ ਬੇਟਾ ਉਹਨੂੰ ਅਸੀਂ ਕੀ ਕਹਿੰਦੇ ਹਾਂ? ਪਲਾਜ਼ਮਾ, ਰਾਈਟ। ਔਰ ਜਿਹੜੇ ਇਹਦੇ ਅੰਦਰ ਫਾਰਮਡ ਐਲੀਮੈਂਟਸ ਹੈ ਯਾਨੀ ਕਿ ਜਿਹੜੇ ਸੈੱਲ ਘੁੰਮਦੇ ਪਏ ਨੇ, ਠੀਕ ਹੈ, ਉਹ ਆਪਾਂ ਤਿੰਨ ਤਰ੍ਹਾਂ ਦੇ ਸੈੱਲ ਪੜ੍ਹਦੇ ਹਾਂ। ਸਭ ਤੋਂ ਪਹਿਲੇ ਅਸੀਂ ਪੜ੍ਹਦੇ ਹਾਂ ਰੈੱਡ ਬਲੱਡ ਸੈੱਲਸ। ਰੈੱਡ ਬਲੱਡ ਸੈੱਲਸ ਯਾਨੀ ਕਿ ਲਾਲ ਰਕਤ ਕੋਸ਼ਿਕਾਵਾਂ। ਇਹਨਾਂ ਦਾ ਕੰਮ ਕੀ ਹੋਏਗਾ? ਜਦੋਂ ਅਸੀਂ ਸਾਹ ਲੈਂਦੇ ਹਾਂ ਤਾਂ ਜਿਹੜੀ ਆਕਸੀਜਨ ਅੰਦਰ ਜਾਂਦੀ ਹੈ ਲਾਲ ਰਕਤ ਕੋਸ਼ਿਕਾਵਾਂ ਦੇ ਅੰਦਰ, ਜਿਹੜੀ ਹੀਮੋਗਲੋਬਿਨ ਪ੍ਰੈਜ਼ੈਂਟ ਹੁੰਦੀ ਹੈ, ਇਹ ਹੀਮੋਗਲੋਬਿਨ ਉਸ ਆਕਸੀਜਨ ਨਾਲ ਕੰਬਾਈਨ ਕਰਕੇ ਆਕਸੀ ਹੀਮੋਗਲੋਬਿਨ ਬਣਾਉਂਦੀ ਹੈ ਤੇ ਸਾਰੇ ਸਰੀਰ ਦੇ ਸੈੱਲਾਂ ਨੂੰ ਆਕਸੀਜਨ ਡਿਸਟ੍ਰੀਬਿਊਟ ਕਰਦੀ ਹੈ। ਸੈਕਿੰਡ ਆਉਂਦੇ ਬੇਟਾ ਵਾਈਟ ਬਲੱਡ ਸੈਲਸ ਜੋ ਕਿ ਸਾਡੀ ਬੋਡੀ ਦੇ ਸੋਲਜਰਸ ਨੇ ਯਾਨੀ ਕਿ ਸਾਡੀ ਬੋਡੀ ਨੂੰ ਡਿਜ਼ੀਜ਼ਸ ਤੋਂ ਪ੍ਰੋਟੈਕਟ ਕਰਦੇ ਨੇ। ਕਲੀਅਰ? ਔਰ ਥਰਡ ਆਪਾਂ ਸੈਲਸ ਪੜ੍ਹਦੇ ਹਾਂ ਪਲੇਟਲੈਟਸ। ਇਹ ਜਿਹੜੇ ਪਲੇਟਲੈਟਸ ਹੁੰਦੇ ਆ ਬੇਟਾ ਇਹਨਾਂ ਨੂੰ ਅਸੀਂ ਥ੍ਰੋਮਬੋਸਾਈਟਸ ਵੀ ਕਹਿੰਦੇ ਹਾਂ। ਇਹਨਾਂ ਦਾ ਕੰਮ ਹੁੰਦਾ ਬਲੱਡ ਕਲੌਟਿੰਗ 'ਚ ਯਾਨੀ ਕਿ ਜਦੋਂ ਕੋਈ ਸੱਟ ਲੱਗ ਜਾਂਦੀ ਹੈ ਤਾਂ ਥੋੜ੍ਹੀ ਦੇਰ ਬਾਅਦ ਖੂਨ ਆਉਣਾ ਬੰਦ ਹੋ ਜਾਂਦਾ ਯਾਨੀ ਕਿ ਖੂਨ ਦਾ ਥੱਕਾ ਜੰਮ ਜਾਂਦਾ ਹੈ। ਉਹ ਕੰਮ ਕੌਣ ਕਰ ਰਿਹਾ ਹੈ? ਪਲੇਟਲੈਟਸ। ਤਾਂ ਬੇਟਾ ਲਹੂ ਜਿਹੜਾ ਟਿਸ਼ੂ ਹੈ ਉਹਦਾ ਮੇਨ ਕੰਮ ਇਹ ਹੋ ਗਿਆ ਕਿ ਸਰੀਰ ਦੇ ਅੰਦਰ ਡਿਫਰੈਂਟ ਮਟੀਰੀਅਲਸ ਦੀ ਢੋਆ-ਢੁਆਈ ਕਰਨਾ ਯਾਨੀ ਕਿ ਉਹਦੀ ਟਰਾਂਸਪੋਰਟੇਸ਼ਨ ਕਰਨਾ। ਨੈਕਸਟ ਬੇਟਾ ਅਸੀਂ ਬੜੀ ਇੰਪੋਰਟੈਂਟ ਐਨੀਮਲ ਟਿਸ਼ੂ ਦੀ ਟਾਈਪ ਕਰਨ ਜਾ ਰਹੇ ਹਾਂ ਜੋ ਕਿ ਹੈ ਪੇਸ਼ੀ ਟਿਸ਼ੂ ਯਾਨੀ ਕਿ ਐਨੀਮਲ ਟਿਸ਼ੂ। ਬੇਟਾ ਇਹ ਜਿਹੜਾ ਟਿਸ਼ੂ ਹੈ ਐਨੀਮਲਸ ਦੇ ਅੰਦਰ ਮਾਸਪੇਸ਼ੀਆਂ ਦਾ ਨਿਰਮਾਣ ਕਰਦਾ ਯਾਨੀ ਕਿ ਮਸਲਸ ਦਾ ਨਿਰਮਾਣ ਕਰਦਾ ਹੈ। ਔਰ ਇਹ ਪੇਸ਼ੀ ਟਿਸ਼ੂ ਦੇ ਜਿਹੜੇ ਸੈੱਲ ਹੁੰਦੇ ਨੇ ਉਹਨਾਂ ਦੇ ਸੁੰਗੜਨ ਜਾਂ ਫੈਲਣ ਨਾਲ ਸਾਡੇ ਬੋਡੀ ਦੀ ਮੂਵਮੈਂਟ ਹੁੰਦੀ ਹੈ, ਬੋਡੀ ਦੇ ਅੰਦਰਲੇ ਆਰਗਨਸ ਦੀ ਮੂਵਮੈਂਟ ਹੁੰਦੀ ਹੈ। ਤਾਂ ਬੇਟਾ ਇਸ ਤੋਂ ਮੈਨੂੰ ਇਹ ਪਤਾ ਚੱਲਿਆ ਕਿ ਜਿਹੜੇ ਸੈਲਸ ਨੇ ਨਾ ਇਹ ਬੜੇ ਇੱਕ ਸਪੈਸ਼ਲ ਟਾਈਪ ਦੀ ਪ੍ਰੋਟੀਨ ਦੇ ਬਣੇ ਹੁੰਦੇ ਜਿਹਨੂੰ ਅਸੀਂ ਸੁੰਗੜਨਸ਼ੀਲ ਪ੍ਰੋਟੀਨ
ਕਹਿੰਦੇ ਹਾਂ। ਕਲੀਅਰ। ਇੱਕ ਕੰਟਰੈਕਟਾਈਲ ਪ੍ਰੋਟੀਨਸ ਹੁੰਦੀਆਂ ਇਹਨਾਂ ਦੇ ਅੰਦਰ। ਬੇਟਾ ਜਿਹੜੇ ਪੇਸ਼ੀ ਟਿਸ਼ੂ ਨੇ ਇਹ ਮੇਨ 3 ਤਰ੍ਹਾਂ ਦੇ ਹੁੰਦੇ ਆ। ਸਭ ਤੋਂ ਪਹਿਲੇ ਅਸੀਂ ਪੜ੍ਹਨ ਜਾ ਰਹੇ ਹਾਂ ਧਾਰੀਦਾਰ ਪੇਸ਼ੀ ਟਿਸ਼ੂ। ਧਾਰੀਦਾਰ ਯਾਨੀ ਕਿ ਸਟਰਾਈਪਡ। ਨਾਮ ਤੋਂ ਪਤਾ ਚੱਲ ਰਿਹਾ ਸਟਰਾਈਪਡ ਯਾਨੀ ਕਿ ਸਟਰਾਈਏਟਡ ਮੀਨਸ ਇਹਦੀ ਬਾਡੀ ਦੇ ਉੱਪਰ ਹਲਕੇ ਤੇ ਗਾੜੇ ਰੰਗ ਦੀਆਂ ਧਾਰੀਆਂ ਹੋਣਗੀਆਂ। ਕਲੀਅਰ। ਇਹਨਾਂ ਨੂੰ ਸਵੈ ਇੱਛਿਤ ਪੇਸ਼ੀਆਂ ਵੀ ਕਿਹਾ ਜਾਂਦਾ। ਸਵੈ ਇੱਛਿਤ ਮਤਲਬ ਸਵੈ ਇੱਛਿਤ ਮੀਨਸ ਵੋਲੰਟਰੀ ਮਸਲਸ। ਵੋਲੰਟਰੀ ਮਤਲਬ ਕਿ ਇਹ ਮੇਰੀ ਇੱਛਾ 'ਚ ਨੇ, ਮੈਂ ਚਾਹਾਂਗੀ ਤਾਂ ਕੰਮ ਕਰਾਉਂਗੀ। ਮੇਨਲੀ ਇਹ ਸਾਡੀ ਹੱਡੀਆਂ ਦੇ ਨਾਲ ਜੁੜੇ ਹੁੰਦੇ ਨੇ, ਜਿਹਦੇ ਕਰਕੇ ਇਹਨਾਂ ਨੂੰ ਸਕੈਲੇਟਲ ਮਸਲਸ ਵੀ ਕਿਹਾ ਜਾਂਦਾ ਹੈ। ਹੱਡੀਆਂ ਨਾਲ ਜੁੜੇ ਨੇ ਜਿਸ ਕਰਕੇ ਅਸੀਂ ਦੇਖਾਂਗੇ ਕਿ ਇਹ ਸਾਡੀ ਬਾਡੀ ਦੀ ਮੂਵਮੈਂਟ ਵਿੱਚ ਮਦਦ ਕਰਨਗੇ। ਕਲੀਅਰ। ਸੈਕਿੰਡ ਟਾਈਪ ਆਉਂਦੀ ਹੈ ਬੇਟਾ ਧਾਰੀ ਰਹਿਤ ਪੇਸ਼ੀ ਟਿਸ਼ੂ ਯਾਨੀ ਕਿ ਅਨਸਟਰਾਈਏਟਡ ਮਸਲ ਫਾਈਬਰਸ। ਧਾਰੀ ਰਹਿਤ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ ਕਿ ਇਹਨਾਂ ਦੇ ਵਿੱਚ ਧਾਰੀਆਂ ਨਹੀਂ ਹੁੰਦੀਆਂ। ਕਲੀਅਰ। ਔਰ ਇਹਨਾਂ ਨੂੰ ਅਨਇੱਛਿਤ ਜਿਹੜੇ ਪੇਸ਼ੀ ਟਿਸ਼ੂ ਹੈ ਕਿਹਾ ਜਾਂਦਾ ਹੈ। ਅਨਇੱਛਿਤ ਮਤਲਬ ਕੀ ਹੋ ਗਿਆ ਬੇਟਾ ਇਨਵੋਲੰਟਰੀ। ਇਨਵੋਲੰਟਰੀ ਕੀ ਹੈ ਸਾਡੀ ਇੱਛਾ ਦੇ ਮੁਤਾਬਕ ਕੰਮ ਨਹੀਂ ਕਰਦੇ। ਹੁਣ ਇਹਨਾਂ 'ਚ ਜੇਕਰ ਆਪਾਂ ਉਦਾਹਰਨ ਪੜ੍ਹੀਏ ਤਾਂ ਬੇਟਾ ਮੈਂ ਇਹ ਕਹੂੰਗੀ ਕਿ ਅੱਖ ਦਾ ਆਇਰਿਸ ਹੈ, ਗੁਰਦੇ ਦੀ ਆਪਾਂ ਕਹਿੰਦੇ ਹਾਂ ਮੂਤਰਵੈਨੀ ਹੈ, ਫੇਫੜਿਆਂ ਦੀਆਂ ਉਪਸਾ ਨਾਲੀਆਂ ਨੇ। ਇਹਨਾਂ ਸਾਰਿਆਂ ਦੇ ਅੰਦਰ ਇੱਕ ਬਹੁਤ ਲੰਬੇ ਲੰਬੇ ਤੇ ਤੁਸੀਂ ਡਾਇਗਰਾਮ 'ਚ ਦੇਖ ਸਕਦੇ ਹੋ ਤਿੱਖੇ ਸਿਰਿਆਂ ਵਾਲੇ ਯਾਨੀ ਕਿ ਸਪਿੰਡਲ ਸ਼ੇਪਡ ਸੈਲਸ ਹੁੰਦੇ ਆ ਜਿਨ੍ਹਾਂ ਵਿੱਚ ਕੇਵਲ ਇੱਕੋ ਹੀ ਕੇਂਦਰਕ ਹੁੰਦਾ ਹੈ। ਕਲੀਅਰ ਬੱਚੇ। ਤਾਂ ਇਸ ਕਰਕੇ ਇਹਨਾਂ ਦੇ ਕਿਹੜੇ ਕਿਹੜੇ ਅਸੀਂ ਨਾਮ ਪੜ੍ਹੇ ਧਾਰੀ ਰਹਿਤ ਯਾਨੀ ਕਿ ਅਨਸਟਰਾਈਏਟਡ ਔਰ ਇਹਨਾਂ ਨੂੰ ਸਮੂਥ ਮਸਲਸ ਜਾਂ ਇਨਵੋਲੰਟਰੀ ਮਸਲਸ ਵੀ ਕਹਿੰਦੇ ਹਾਂ। ਥਰਡ ਟਾਈਪ ਅਸੀਂ ਪੜ੍ਹਦੇ ਹਾਂ ਬੇਟਾ ਦਿਲ ਟਿਸ਼ੂ। ਜਿਹੜੀ ਦਿਲ ਪੇਸ਼ੀ ਟਿਸ਼ੂ ਹੈ ਇਹਦੇ ਅੰਦਰ ਆਪਾਂ ਦੇਖਦੇ ਹਾਂ ਕਾਰਡਿਕ ਮਸਲਸ ਦੇ ਅੰਦਰ ਕਿ ਇਹ ਵੀ ਅਨਇੱਛਿਤ ਨੇ। ਅਨਇੱਛਿਤ ਮਤਲਬ ਕੀ ਹੋ ਗਿਆ ਇਨਵੋਲੰਟਰੀ ਨੇ। ਤੁਸੀਂ ਦੇਖਦੇ ਹੋ ਕਿ ਸਾਡੇ ਦਿਲ ਦੇ ਜਿਹੜੇ ਮਸਲਸ ਨੇ ਉਹ ਕੀ ਕਰਦੇ ਨੇ, ਜਿਹੜਾ ਸਾਡਾ ਦਿਲ ਹੈ ਉਹ ਹਰ ਸਮੇਂ ਧੜਕ ਰਿਹਾ। ਇਹ ਤਾਂ ਨਹੀਂ ਹੈ ਕਿ ਅਸੀਂ ਆਪਣੀ ਇੱਛਾ ਦੇ ਅਕੋਰਡਿੰਗ ਉਹਦੇ ਤੋਂ ਕੰਮ ਲੈ ਰਹੇ ਹਾਂ, ਨਹੀਂ। ਤਾਂ ਇਟ ਮੀਨਸ ਹਾਰਟ ਦੇ ਮਸਲਸ ਵੀ ਕੀ ਹੋ ਗਏ ਇਨਵੋਲੰਟਰੀ ਹੋ ਗਏ ਔਰ ਆਪਾਂ ਦੇਖ ਰਹੇ ਹਾਂ ਕਿ ਇਹ ਟਾਇਰਲੈਸਲੀ ਮਤਲਬ ਬਿਨਾਂ ਥਕੇ ਸਾਰੀ ਉਮਰ ਇਹ ਮਸਲਸ ਕੰਮ ਕਰਦੇ ਨੇ। ਇਹਨਾਂ ਵਿੱਚੋਂ ਕੇਵਲ ਕਿਹੜੇ ਮਸਲਸ ਥੱਕਦੇ ਨੇ ਜਿਨ੍ਹਾਂ ਨੂੰ ਅਸੀਂ ਧਾਰੀਦਾਰ ਪੇਸ਼ੀ ਟਿਸ਼ੂ ਕਹਿੰਦੇ ਹਾਂ। ਬੇਟਾ ਲਾਸਟ ਜੋ ਐਨੀਮਲ ਟਿਸ਼ੂ ਹੈ ਵੈਰੀ ਇੰਪੋਰਟੈਂਟ ਉਹ ਹੈ ਨਾੜੀ ਟਿਸ਼ੂ ਯਾਨੀ ਕਿ ਨਰਵਸ ਟਿਸ਼ੂ। ਬੇਟਾ ਜੰਤੂਆਂ ਵਿੱਚ ਦਿਮਾਗ, ਨਾੜੀਆਂ ਅਤੇ ਸੁਖਮਨਾ ਨਾੜੀ ਮਿਲ ਕੇ ਨਾੜੀ ਪ੍ਰਣਾਲੀ ਦਾ ਨਿਰਮਾਣ ਕਰਦੀ ਹੈ। ਔਰ ਤੁਹਾਨੂੰ ਪਤਾ ਹੈ ਜੋ ਨਰਵਸ ਟਿਸ਼ੂ ਹੁੰਦਾ ਹੈ ਉਹ ਨਰਵ ਸੈਲਸ ਯਾਨੀ ਕਿ ਨਿਊਰੋਨਸ ਜਾਂ ਨਾੜੀ ਸੈੱਲਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ। ਬੇਟਾ ਜਿਹੜੇ ਨਾੜੀ ਟਿਸ਼ੂ ਦੇ ਸੈੱਲ ਹੁੰਦੇ ਨੇ ਇੱਕ ਸਟਿਮੂਲਸ ਗ੍ਰਹਿਣ ਕਰਦੇ ਆ, ਇੱਕ ਸੰਵੇਦਨਾ ਗ੍ਰਹਿਣ ਕਰਦੇ ਆ ਔਰ ਫਿਰ ਉਸਨੂੰ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਨਰਵਸ ਦੁਆਰਾ ਭੇਜਦੇ ਨੇ। ਕਲੀਅਰ। ਹੁਣ ਬੇਟਾ ਤੁਹਾਡੇ ਸਾਹਮਣੇ ਇੱਕ ਨਿਊਰੋਨ ਦਾ ਡਾਇਗਰਾਮ ਬਣਿਆ, ਵੈਰੀ ਇੰਪੋਰਟੈਂਟ ਡਾਇਗਰਾਮ ਔਰ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਨੂੰ ਡਰਾ ਕਰਨਾ ਵੀ ਆਉਂਦਾ ਹੈ। ਠੀਕ ਹੈ। ਤੁਸੀਂ ਦੇਖਦੇ ਹੋ ਕਿ ਜਿਹੜਾ ਨਿਊਰੋਨ ਦਾ ਮੁੱਖ ਸੈੱਲ ਹੈ ਉਸਨੂੰ ਅਸੀਂ ਸਾਈਟੋਨ ਕਹਿੰਦੇ ਸੀ, ਹੈ ਨਾ, ਜਿਹਨੂੰ ਸੈੱਲ ਬੋਡੀ ਕਹਿੰਦੇ ਸੀ, ਜਿਸ ਤੋਂ ਆਪਾਂ ਦੇਖਦੇ ਸੀ ਧਾਗੇ ਵਰਗੀਆਂ ਜਾਂ ਵਾਲਾਂ ਵਰਗੀਆਂ ਰਚਨਾਵਾਂ ਨਿਕਲਦੀਆਂ ਸੀ ਜਿਨ੍ਹਾਂ ਨੂੰ ਅਸੀਂ ਕੀ ਕਹਿ ਰਹੇ ਸੀ ਡੈਂਡਰਾਈਟ, ਹੈ ਨਾ। ਔਰ ਇੱਕ ਡੈਂਡਰਾਈਟ ਵਿਕਸਿਤ ਹੋ ਕੇ ਕੀ ਬਣਾਉਂਦੀ ਸੀ ਐਗਜ਼ੋਨ ਬਣਾਉਂਦੀ ਸੀ ਔਰ ਐਗਜ਼ੋਨ ਦੀ ਜਿਹੜੀਆਂ ਐਂਡਿੰਗਸ ਦੇਖੋ ਨੀਚੇ ਬੇਟਾ ਆਪਾਂ ਦੇਖਦੇ ਸੀ ਜਿਹੜੇ ਸਿਰੇ ਹੁੰਦੇ ਸੀ ਉਹਦੇ ਤੇ ਨਾੜੀ ਰੇਸ਼ੇ ਹੁੰਦੇ ਸੀ। ਇਟ ਮੀਨਸ ਯਾਨੀ ਕਿ ਜਿਹੜਾ ਪੂਰਾ ਇੱਕ ਨਿਊਰੋਨ ਹੈ ਇੱਦਾਂ ਦੇ ਕਿੰਨੇ ਸਾਰੇ ਨਿਊਰੋਨਸ ਮਿਲ ਕੇ ਸਾਡੇ ਅੰਦਰ ਨਰਵਸ ਟਿਸ਼ੂ ਬਣਾ ਰਹੇ ਨੇ ਜੋ ਕਿ ਸਾਨੂੰ ਇੱਕ ਕਿੱਦਾਂ ਦੀ ਸੈਂਸ ਦੇ ਰਹੇ ਨੇ ਕਿ ਆਪਾਂ ਰਿਸਪੌਂਸ ਦੇ ਸਕਦੇ ਹਾਂ। ਕਿਸੇ ਵੀ ਚੀਜ਼ ਤੋਂ ਪਹਿਲੇ ਸਟਿਮੂਲਸ ਲੈਂਦੇ ਹਾਂ ਔਰ ਫਿਰ ਉਹਨੂੰ ਕੀ ਦਿੰਦੇ ਹਾਂ ਰਿਸਪੌਂਸ ਦਿੰਦੇ ਹਾਂ। ਤਾਂ ਬੇਟਾ ਜੀ ਮੈਂ ਉਮੀਦ ਕਰਦੀ ਹਾਂ ਕਿ ਜਿਹੜਾ ਅਸੀਂ ਅੱਜ ਇਹ ਲੈਕਚਰ ਪੜ੍ਹਿਆ ਪੂਰਾ ਦਾ ਪੂਰਾ ਜਿਹਦੇ ਅੰਦਰ ਅਸੀਂ ਡਿਫਰੈਂਟ ਟਾਈਪਸ ਦੇ ਟਿਸ਼ੂਜ਼ ਪੜ੍ਹੇ ਪਲਾਂਟ ਟਿਸ਼ੂਜ਼ ਅਤੇ ਐਨੀਮਲ ਟਿਸ਼ੂਜ਼ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਕਲੀਅਰ ਹੋ ਗਿਆ ਹੋਏਗਾ। ਡਿਫਰੈਂਟ ਅਸੀਂ ਐਨੀਮਲ ਟਿਸ਼ੂਜ਼ ਦੀਆਂ ਟਾਈਪਸ ਪੜ੍ਹੀਆਂ ਔਰ ਦੈਨ ਅਸੀਂ ਪਲਾਂਟ ਟਿਸ਼ੂਜ਼ ਦੀਆਂ ਟਾਈਪਸ ਪੜ੍ਹੀਆਂ। ਕਲੀਅਰ। ਹੁਣ ਇਹਦੇ ਰਿਲੇਟਡ ਜਦੋਂ ਅਸੀਂ MCQs ਕਰਾਂਗੇ ਤਾਂ ਮੈਂ ਉਮੀਦ ਕਰਾਂਗੀ ਕਿ ਤੁਸੀਂ ਉਹਦੇ ਆਨਸਰਸ ਬਹੁਤ ਈਜ਼ੀਲੀ ਅਟੈਂਪਟ ਕਰ ਪਾਓਗੇ। ਕਲੀਅਰ ਬੇਟਾ। तो थैंक यू, टेक केयर।